मेरा मुर्शिद सोना, सोना सोना मेरा मुर्शिद। अकबर बादशाह ने बीरबल ਨੂੰ सवाल किया कि बीरबल एक गल दस, सुनिया है कि तेरा भगवान, क्योंकि बीरबल हिंदू धर्म ਨੂੰ ਮੰਨਦੇ ਸੀ ਤਾਂ अकबर ਦਾ ਧਰਮ ਤੁਹਾਨੂੰ पता ही है, बादशाह अकबर। तो उसने बीरबल ਨੂੰ सवाल किया कि बीरबल ਮੈਨੂੰ एक गल दस कि सुनिया है कि ਜਦੋਂ भगत प्रहलाद ਤੇ विपता आई तो रब आप आ गया ਉਹਦੀ रक्षा करने वास्ते। भी रब ਨੂੰ ਆਉਣ ਦੀ ਕੀ ਲੋੜ ਸੀ? ਰੱਬ ਦੇ ਤਾਂ ਇੰਨੇ ਫਰਿਸ਼ਤੇ ਸੀ, ਇੰਨੇ ਦੇਵੀ ਦੇਵਤਾ ਉਹਦੇ ਨੌਕਰ ਚਾਕਰ ਸੀ, ਉਹ ਕਿਸੇ ਨੂੰ ਵੀ ਭੇਜ ਸਕਦਾ ਸੀ ਕਿ ਜਾ ਕੇ ਭਗਤ ਪ੍ਰਹਲਾਦ ਦੀ ਮਦਦ ਕਰੋ, ਇਹਨੂੰ ਬਚਾਓ। ਉਹ ਆਪ ਕਿਉਂ ਆਇਆ? ਉਹ ਵਿਹਲਾ ਸੀ ਕਿ ਜਿਹੜਾ ਨੂੰ ਆਪ ਆਣਾ ਪਿਆ? ਯਾਨੀ ਇੱਕ ਬੀਰਬਲ ਨੂੰ ਸਵਾਲ ਕੀਤਾ, ਕਿਉਂਕਿ ਤੁਸੀਂ ਵੀ ਪੜ੍ਹਦੇ ਹੋ ਨਾ ਕਿ ਜਦੋਂ ਭਗਤ ਪ੍ਰਹਲਾਦ ਇਹ ਸੰਸਾਰ ਤੇ ਸੀ ਤਾਂ ਉਹਦਾ ਬਾਪ ਜੋ ਹਿਰਣਕਸ਼ਪਿਆ ਸੀ ਉਹਨਾਂ ਬੜੇ ਮਾਰਨ ਦੇ ਯਤਨ ਕੀਤੇ, ਔਰ ਅੰਤਿਮ ਵਾਰ ਜਦੋਂ ਮਹਿਲ ਦੇ ਵਿੱਚ ਭਗਤ ਪ੍ਰਹਲਾਦ ਖੜਾ ਸੀ ਤਾਂ ਹਿਰਣਕਸ਼ਪਿਆ ਨੇ ਪੁੱਛਿਆ ਸੀ, ਦੱਸ ਤੇਰਾ ਭਗਵਾਨ ਕਿੱਥੇ ਹੈ? ਤਾਂ ਪ੍ਰਹਲਾਦ ਨੇ ਕਿਹਾ ਸੀ, ਹਰ ਜਗ੍ਹਾ ਮੇਰਾ ਭਗਵਾਨ ਹੈ, ਹਰ ਜਗ੍ਹਾ ਮੇਰਾ ਉਹ ਮਾਲਿਕ ਹੈ, ਉਹ ਪ੍ਰਮਾਤਮਾ ਭਗਵਾਨ ਹਰ ਜਗ੍ਹਾ ਹੈ। ਤਾਂ ਹਿਰਣਕਸ਼ਪਿਆ ਬੜੇ ਹੰਕਾਰ 'ਚ ਸੀ, ਉਹਨੇ ਆਪਣੀ ਗਦਾ ਲਈ, ਗਦਾ ਯਾਨੀ ਗੁਰਜ ਲਿਆ, ਔਰ ਇੱਕ ਪਿੱਲਰ ਦੇ ਕੋਲ ਆ ਕੇ ਕਹਿਣ ਲੱਗਾ ਕਿ ਤੇਰਾ ਭਗਵਾਨ ਇਹਦੇ 'ਚ ਵੀ ਹੈ? ਉਹ ਕਹਿੰਦੇ ਹਾਂ ਇਹਦੇ 'ਚ ਵੀ ਹੈ। ਕਹਿੰਦਾ ਲੈ ਫਿਰ ਜੇ ਇਹ ਤੇਰਾ ਭਗਵਾਨ ਆ ਤਾਂ ਦੇਖ ਮੈਂ ਤੇਰੇ ਭਗਵਾਨ ਦਾ ਕੀ ਬਣਾਉਂਦਾ। ਕਹਿ ਕੇ ਉਹਨਾਂ ਆਪਣੀ ਗਦਾ ਦਾ ਪ੍ਰਹਾਰ ਉਸ ਪਿੱਲਰ ਤੇ ਕੀਤਾ। ਜਿੱਦਾਂ ਹੀ ਉਹ ਪਿੱਲਰ ਤੇ ਪ੍ਰਹਾਰ ਕੀਤਾ, ਪਿੱਲਰ ਟੁਕੜੇ ਟੁਕੜੇ ਹੋਇਆ ਤਾਂ ਉਹਦੇ ਵਿੱਚੋਂ ਨਰਸਿੰਘ ਅਵਤਾਰ ਦੇ ਰੂਪ 'ਚ ਕਹਿੰਦੇ ਪ੍ਰਗਟ ਹੋ ਗਏ, ਔਰ ਫਿਰ ਹਿਰਣਕਸ਼ਪਿਆ ਦਾ ਅੰਤ ਕੀਤਾ। ਇਹ ਕਹਾਣੀ ਸ਼ਾਰਟ ਵਿੱਚ ਦੱਸੀ ਹੈ ਤੁਹਾਨੂੰ ਭਗਤ ਪ੍ਰਹਲਾਦ ਦੀ। ਸੋ ਇਹੀ ਗੱਲ ਦੀ ਅੱਜ ਚਰਚਾ ਬਾਦਸ਼ਾਹ ਅਕਬਰ ਬੀਰਬਲ ਦੇ ਨਾਲ ਕਰ ਰਿਹਾ ਸੀ ਕਿ ਪ੍ਰਮਾਤਮਾ ਤਾਂ ਇੰਨਾ ਸ਼ਕਤੀਸ਼ਾਲੀ ਹੈ, ਉਹਦੇ ਕੋਲ ਤਾਂ ਹਜ਼ਾਰਾਂ ਹੀ ਸ਼ਕਤੀਆਂ ਹੈ, ਦੇਵੀ ਦੇਵਤਾ ਹੈ। ਜੇ ਉਹਦੇ ਭਗਤ ਤੇ ਪੀੜਾ ਆਈ ਸੀ ਤਾਂ ਉਹਨੂੰ ਆਪ ਆਉਣ ਦੀ ਲੋੜ ਕੀ ਸੀ? ਕਿਸੇ ਨੂੰ ਭੇਜ ਦਿੰਦਾ ਉਹ। ਤਾਂ ਬੀਰਬਲ ਚੁੱਪ ਰਿਹਾ, ਕਿਉਂਕਿ ਅਕਬਰ ਦੇ ਮੂਹਰੇ ਨੂੰ ਕੀ ਜਵਾਬ ਦੇਵੇ? ਬੀਰਬਲ ਕਹਿੰਦਾ, ਮਹਾਰਾਜ ਵਕਤ ਆਉਣ ਤੇ ਮੈਂ ਤੁਹਾਨੂੰ ਇਹਦਾ ਜਵਾਬ ਦਊਂਗਾ, ਵਕਤ ਆਉਣ ਤੇ ਸਮਾਂ ਦਿਓ ਮੈਨੂੰ। ਹੁਣ ਕੁਝ ਸਮਾਂ ਗੁਜ਼ਰਿਆ, ਕੁਝ ਸਮਾਂ ਗੁਜ਼ਰਿਆ। ਬਾਦਸ਼ਾਹ ਦੇ ਘਰ 'ਚ ਜਦੋਂ ਸਲੀਮ ਪੈਦਾ ਹੋਇਆ, ਔਰ ਸ਼ਹਿਜ਼ਾਦਾ ਸਲੀਮ ਜਦੋਂ ਥੋੜਾ ਜਿਹਾ ਬੜਾ ਹੋਇਆ, ਜਦੋਂ ਆਪਾਂ ਕਹਿੰਦੇ ਤੁਰਨ ਜੋਗੀ ਉਹਦੀ ਉਮਰ ਹੋਈ, 2, 2.5, 3 ਸਾਲ ਦਾ ਜਦੋਂ ਹੋਇਆ, ਤੁਰਦਾ ਹੈ, ਤਾਂ ਇੱਕ ਦਿਨ ਬੀਰਬਲ ਨੇ ਅਕਬਰ ਬਾਦਸ਼ਾਹ ਨੂੰ ਕਿਹਾ ਕਿ ਮਹਾਰਾਜ ਚਲੋ ਅੱਜ ਦਿਲ ਕਰਦਾ ਹੈ ਕਿ ਬਾਹਰ ਕਿਤੇ ਸੈਰ ਕਰਕੇ ਆਈਏ, ਨਾਲ ਆਪਣੇ ਸ਼ਹਿਜ਼ਾਦੇ ਨੂੰ ਵੀ ਲੈ ਚਲੀਏ। ਬਾਦਸ਼ਾਹ ਕਹਿੰਦਾ ਕਾਫੀ ਦਿਨ ਹੋ ਗਏ, ਸਵੇਰ ਤੋਂ ਲੈ ਕੇ ਸ਼ਾਮ ਤੱਕ ਸਭਾ ਜੀ ਬੈਠੇ ਰਹਿੰਦੇ ਆ। ਬੀਰਬਲ ਬਹੁਤ ਅੱਛੀ ਗੱਲ ਹੈ, ਚਲੋ ਅੱਜ ਚੱਲਦੇ ਆ। ਉਸ ਦਿਨ ਸੈਨਿਕਾਂ ਨੂੰ ਹੁਕਮ ਹੋ ਗਿਆ ਬਾਦਸ਼ਾਹ ਦੇ ਕਿ ਤਿਆਰੀ ਕਰੋ ਜਾਣ ਦੀ। ਤਾਂ ਬੀਰਬਲ ਨੇ ਪਹਿਲਾਂ ਹੀ ਪਲੈਨਿੰਗ ਕੀਤੀ ਸੀ ਕਿ ਜਾਣਾ ਕਿੱਥੇ ਹੈ? ਇੱਕ ਨਦੀ ਦੇ ਕਿਨਾਰੇ, ਇੱਕ ਤਲਾਬ ਦੇ, ਤਲਾਬ ਤੁਸੀਂ ਜਾਣਦੇ ਹੋ ਨਦੀ ਉਹ ਹੁੰਦੀ ਜਿਹਦਾ ਪਾਣੀ ਵਗਦਾ, ਤਾਂ ਤਲਾਬ ਉਹ ਹੁੰਦਾ ਜਿਹਦਾ ਪਾਣੀ ਖੜਾ ਹੁੰਦਾ ਹੈ। ਤਲਾਬ ਦੇ ਕਿਨਾਰੇ ਬੀਰਬਲ ਨੇ ਇੰਤਜ਼ਾਮ ਕੀਤਾ ਬਾਦਸ਼ਾਹ ਦੇ ਬੈਠਣ ਦਾ, ਯਾਨੀ ਟੈਂਟ ਲੱਗੇ, ਤੰਬੂ ਲੱਗੇ। ਜਦੋਂ ਬਾਦਸ਼ਾਹ ਉੱਥੇ ਪਹੁੰਚਿਆ ਤਾਂ ਹੁਣ ਬੱਚਾ ਸੀ ਯਾਨੀ ਸਲੀਮ, ਤਾਂ ਬੱਚੇ ਤੁਹਾਨੂੰ ਪਤਾ ਟੇਕੇ ਘੱਟ ਹੀ ਬਹਿੰਦੇ ਆ, ਬੱਚਾ ਕਦੀ ਇੱਧਰ ਦੌੜ ਰਿਹਾ ਕਦੀ ਉੱਧਰ ਦੌੜ ਰਿਹਾ। ਤਾਂ ਬੀਰਬਲ ਨੇ ਤਲਾਬ ਦੇ ਲਾਗੇ ਹੀ ਬਾਦਸ਼ਾਹ ਦੇ ਬੈਠਣ ਵਾਸਤੇ ਆਸਣ ਲਗਾਇਆ ਹੋਇਆ ਸੀ, ਕੁਰਸੀ ਲਗਾਈ ਹੋਈ ਸੀ ਜਿੱਥੇ ਬਾਦਸ਼ਾਹ ਬੈਠਾ ਸੀ। ਕਿ ਅਚਾਨਕ ਕੀ ਹੋਇਆ ਕਿ ਜੋ ਸ਼ਹਿਜ਼ਾਦਾ ਸਲੀਮ ਸੀ ਖੇਲਦਾ ਖੇਲਦਾ ਤਲਾਬ ਦੀ ਤਰਫ ਗਿਆ, ਖੇਲਦਾ ਖੇਲਦਾ ਤਲਾਬ ਦੀ ਤਰਫ ਗਿਆ, ਔਰ ਉਹਦਾ ਪੈਰ ਫਿਸਲਿਆ ਔਰ ਤਲਾਬ ਦੇ ਵਿੱਚ ਉਹ ਗਿਰ ਗਿਆ। ਜਿੱਦਾਂ ਹੀ ਤਲਾਬ 'ਚ ਗਿਰਿਆ ਬਾਦਸ਼ਾਹ ਨੇ ਦੇਖਿਆ, ਫੌਰਨ ਕੁਰਸੀ ਤੋਂ ਉੱਠਿਆ, ਦੌੜ ਕੇ ਬਾਦਸ਼ਾਹ ਅਕਬਰ ਗਿਆ, ਛਾਲ ਮਾਰੀ ਔਰ ਸ਼ਹਿਜ਼ਾਦੇ ਨੂੰ ਬਾਹਰ ਕੱਢਿਆ, ਆਪਣੇ ਗਲ ਨਾਲ ਲਾ ਲਿਆ। ਦੇਖਣ ਲੱਗਾ ਬੇਟਾ ਠੀਕ ਹੈ, ਪਰ ਬੱਚਾ ਠੀਕ ਹੈ। ਤਾਂ ਬੀਰਬਲ ਵੀ ਦੌੜਾ ਆਇਆ, ਸੈਨਿਕ ਵੀ ਦੌੜੇ ਆਏ। ਜਦੋਂ ਦੌੜੇ ਆਏ ਬਾਦਸ਼ਾਹ ਕੋ, ਤਾਂ ਬੀਰਬਲ ਨੇ ਕਿਹਾ ਮਹਾਰਾਜ ਕੀ ਹੋ ਗਿਆ ਤੁਹਾਨੂੰ? ਉਹ ਕਹਿੰਦਾ ਕੀ ਹੋ ਗਿਆ, ਦੀਦਾ ਨਹੀਂ ਤੈਨੂੰ? ਸਲੀਮ ਤਲਾਬ 'ਚ ਗਿਰ ਗਿਆ ਔਰ ਤੂੰ ਮੈਨੂੰ ਪੁੱਛ ਰਿਹਾ ਤੁਹਾਨੂੰ ਕੀ ਹੋ ਗਿਆ? ਕਹਿੰਦਾ ਮਹਾਰਾਜ ਉਹੀ ਤਾਂ ਮੈਂ ਪੁੱਛ ਰਿਹਾ ਹਾਂ, ਤੁਹਾਨੂੰ ਕੀ ਹੋਇਆ? ਆ ਤੁਹਾਡੇ ਇੰਨੇ ਸੈਨਿਕ ਖੜੇ ਸੀ, ਤੁਸੀਂ ਇਹਨਾਂ ਨੂੰ ਕਹਿ ਦਿੰਦੇ ਜਾਓ ਬਚਾਓ, ਆਪ ਕਿਉਂ ਗਏ ਤੁਸੀਂ? ਉਹ ਅਕਬਰ ਕਹਿੰਦਾ ਮੇਰਾ ਬੇਟਾ ਹੈ, ਮੇਰੀ ਜਾਨ ਹੈ। ਜਦੋਂ ਉਹ ਤੇ ਸੰਕਟ ਆਇਆ ਤਾਂ ਮੈਨੂੰ ਸੈਨਿਕ ਦਿਸਦੇ ਸੀ, ਮੈਨੂੰ ਸੈਨਾ ਦਿਸਦੀ ਸੀ। ਜਦੋਂ ਉਹਨੂੰ ਸੰਕਟ 'ਚ ਦੇਖਿਆ ਤਾਂ ਮੈਨੂੰ ਕੁਝ ਹੋਰ ਨਜ਼ਰ ਨਹੀਂ ਆਇਆ, ਬਸ ਮੇਰਾ ਬੇਟਾ ਖਤਰੇ 'ਚ ਸੀ, ਪਹੁੰਚ ਗਿਆ ਉਹਦੀ ਮਦਦ ਕਰਨ ਵਾਸਤੇ, ਕਿਉਂਕਿ ਮੈਂ ਉਹਦਾ ਪਿਤਾ ਆ। ਜੋ ਮੈਂ ਉਹਦੀ ਖਾਤਰ ਕਰ ਦੇਣਾ ਉਹ ਸੈਨਾ ਨੇ ਥੋੜੀ ਕਰ ਦੇਣਾ ਹੈ। ਤਾਂ ਉਸ ਲਈ ਬੀਰਬਲ ਬੋਲਿਆ ਬਸ ਮਹਾਰਾਜ ਇਹੀ ਤੁਹਾਡੇ ਸਵਾਲ ਦਾ ਜਵਾਬ ਹੈ। ਤੁਸੀਂ ਕਹਿੰਦੇ ਭਗਵਾਨ ਆਪ ਕਿਉਂ ਗਿਆ, ਆਪਣੇ ਦੇਵੀ ਦੇਵਤੇ ਕਿਉਂ ਨਹੀਂ ਭੇਜੇ?
ਉਹ ਵੀ ਭਗਤ ਪ੍ਰਹਲਾਦ ਨਾਲ ਪ੍ਰੇਮ ਕਰਦਾ ਸੀ ਕਿ ਮੇਰਾ ਬੱਚਾ ਹੈ। ਔਰ ਜਦੋਂ ਬੱਚਿਆਂ ਤੇ ਸੰਕਟ ਆਂਦਾ ਹੈ ਤਾਂ ਫਿਰ ਭਗਵਾਨ ਕਿਸੇ ਹੋਰ ਨੂੰ ਨਹੀਂ, ਆਪ ਜਾਂਦਾ ਹੈ ਬਚਾਉਣ ਉਹਨਾਂ ਨੂੰ, ਕਿਉਂਕਿ ਪ੍ਰੇਮ ਹੀ ਇੰਨਾ ਹੈ, ਮੁਹੱਬਤ ਹੀ ਇੰਨੀ ਹੈ। ਤਾਂ ਉਸ ਵੇਲੇ ਅਕਬਰ ਬਾਦਸ਼ਾਹ ਨੇ ਬੀਰਬਲ ਨੂੰ ਗੱਲ ਨਾਲ ਲਾ ਲਿਆ। ਕਹਿੰਦਾ ਬੀਰਬਲ, ਹੁਣ ਮੈਨੂੰ ਲੱਗਦਾ ਹੈ ਆ ਜਿਹੜਾ ਤੂੰ ਇੱਥੇ ਬੁਲਾਇਆ ਨਾ, ਜਵਾਬ ਦੇਣ ਵਾਸਤੇ ਬੁਲਾਇਆ ਸੀ। ਬੀਰਬਲ ਕਹਿੰਦਾ ਹਾਂ ਮਹਾਰਾਜ, ਇੰਤਜ਼ਾਮ ਤਾਂ ਇਸੇ ਤਰ੍ਹਾਂ ਕੀਤਾ ਸੀ, ਇੰਤਜ਼ਾਮ ਤਾਂ ਇਸੇ ਤਰ੍ਹਾਂ ਕੀਤਾ ਸੀ ਕਿ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਮਿਲ ਜਾਵੇ ਕਿ ਜਦੋਂ ਭਗਤਾਂ ਤੇ ਪਿਆਰਿਆਂ ਤੇ ਸੰਕਟ ਆਂਦਾ ਹੈ ਤਾਂ ਫਿਰ ਉਹ ਪ੍ਰਮਾਤਮਾ, ਉਹ ਮਾਲਿਕ ਉਹਨਾਂ ਦੀ ਮਦਦ ਕਰਨ ਵਾਸਤੇ ਆਪ ਹੀ ਪਹੁੰਚ ਜਾਂਦਾ ਹੈ। ਪਰ ਇੱਥੇ ਪ੍ਰੇਮ ਸੱਚਾ ਹੋਣਾ ਚਾਹੀਦਾ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਇੱਥੇ ਦਾ ਮਤਲਬ ਇਨਸਾਨ ਦੇ ਅੰਦਰ ਪ੍ਰੇਮ ਸੱਚਾ ਹੋਣਾ ਚਾਹੀਦਾ ਹੈ, ਇਨਸਾਨ ਦੇ ਅੰਦਰ ਵਿਸ਼ਵਾਸ ਸੱਚਾ ਹੋਣਾ ਚਾਹੀਦਾ ਹੈ ਕਿ ਮੇਰਾ ਮਾਲਿਕ ਮੇਰੇ ਨਾਲ ਹੈ, ਮੈਂ ਆਪਣੇ ਮਾਲਿਕ ਨੂੰ ਬਹੁਤ ਪਿਆਰ ਕਰਦਾ ਹਾਂ, ਬਹੁਤ ਪ੍ਰੇਮ ਕਰਦਾ ਹਾਂ। ਕਿਉਂਕਿ ਜਦੋਂ ਇੱਥੋਂ ਪ੍ਰੇਮ ਦੀ ਤਾਰ ਉਹਦੇ ਨਾਲ ਜੁੜਦੀ ਹੈ ਤਾਂ ਫਿਰ ਤੁਸੀਂ ਜਿੱਥੇ ਵੀ ਉਹਨੂੰ ਯਾਦ ਕਰੋਗੇ, ਜਿੱਥੇ ਵੀ ਪੁਕਾਰੋਗੇ, ਉਹ ਤੁਹਾਡੀ ਮਦਦ ਕਰਨ ਵਾਸਤੇ ਜ਼ਰੂਰ ਆਏਗਾ। ਇਹੀ ਤਾਂ ਉਹਦੀਆਂ ਰਹਿਮਤਾਂ ਹੈ, ਇਹੀ ਤਾਂ ਉਹਦੀਆਂ ਬਖਸ਼ਿਸ਼ਾਂ ਹੈ ਜਿਹਨੂੰ ਦੁਨੀਆ ਸਮਝ ਨਹੀਂ ਪਾਉਂਦੀ। ਇਸ ਲਈ ਅਸੀਂ ਕਹੀਦਾ ਉਹਦੀਆਂ ਰਹਿਮਤਾਂ ਨੂੰ ਸਮਝਣਾ ਹੋਵੇ ਤਾਂ ਅਸੀਂ ਆਸ਼ਿਕ ਬਣ ਕੇ ਹੀ ਸਮਝ ਸਕਦੇ ਹਾਂ, ਪ੍ਰੇਮੀ ਬਣ ਕੇ ਹੀ ਸਮਝ ਸਕਦੇ ਹਾਂ। ਦੁਨੀਆ ਨਾਲ ਮੁਹੱਬਤ ਕਰਦਾ ਹੋਇਆ ਇਨਸਾਨ ਕਦੀ ਪ੍ਰਮਾਤਮਾ ਦੀਆਂ ਰਹਿਮਤਾਂ ਨੂੰ ਸਮਝ ਨਹੀਂ ਪਾਏਗਾ। ਕਿਉਂਕਿ ਜਿਹਦਾ ਦਿਮਾਗ ਦੁਨੀਆ ਵਾਲੇ ਪਾਸੇ ਚੱਲਦਾ ਹੋਵੇ ਨਾ, ਉਹਨੂੰ ਤਾਂ ਦੁਨੀਆ ਹੀ ਨਜ਼ਰ ਆਉਂਦੀ ਹੈ। ਇਸ ਲਈ ਉਹਨੂੰ ਪ੍ਰਮਾਤਮਾ ਜਾਂ ਉਹਦੀਆਂ ਰਹਿਮਤਾਂ ਉੱਤੇ ਵਿਸ਼ਵਾਸ ਹੀ ਨਹੀਂ ਹੁੰਦਾ। ਤਾਂ ਹੀ ਤਾਂ ਤੁਸੀਂ ਦੇਖਿਆ ਨਾ ਕਿ ਜਿਹੜਾ ਦਿਮਾਗ ਨਾਲ ਜ਼ਿਆਦਾ ਚੱਲਦਾ ਹੋਵੇ, ਹਰ ਚੀਜ਼ ਸੋਚ ਵਿਚਾਰ ਕੇ, ਤਾਂ ਉਹ ਕਹੇਗਾ ਪ੍ਰਮਾਤਮਾ ਹੈ ਤਾਂ ਸਬੂਤ ਕੀ ਹੈ, ਉਹਦੀ ਰਹਿਮਤ ਹੈ ਸਬੂਤ ਕੀ ਹੈ, ਉਹ ਸਬੂਤ ਮੰਗਦਾ ਹੈ। ਤਾਂ ਜਿਹੜੇ ਆਸ਼ਿਕ ਹੁੰਦੇ ਹੈ ਉਹ ਕਹਿੰਦੇ ਸਾਨੂੰ ਕੋਈ ਸਬੂਤ ਦੇਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਸਾਡਾ ਵਿਸ਼ਵਾਸ ਸਾਡਾ ਹੋਣਾ ਹੀ ਦੱਸਦਾ ਹੈ ਕਿ ਸਾਡਾ ਮਾਲਿਕ ਹੈ, ਸਾਡਾ ਉਹ ਪ੍ਰਭੂ ਹੈ। ਇਸ ਲਈ ਤੁਸੀਂ ਵੀ ਅਗਰ ਉਹਦੀਆਂ ਰਹਿਮਤਾਂ ਨੂੰ ਜਾਣਨਾ ਹੈ, ਉਹਦੀਆਂ ਰਹਿਮਤਾਂ ਨੂੰ ਸਮਝਣਾ ਹੈ, ਤਾਂ ਇਹ ਪ੍ਰੇਮ, ਇਹ ਵਿਸ਼ਵਾਸ ਤੁਹਾਨੂੰ ਇੱਥੇ ਆਪਣੇ ਅੰਦਰ ਪੈਦਾ ਕਰਨਾ ਪਏਗਾ। ਕਿਉਂਕਿ ਇਹ ਗੱਲ ਹਮੇਸ਼ਾ ਯਾਦ ਰੱਖੋ ਕਿ ਜੈਸਾ ਤੁਹਾਡੇ ਅੰਦਰ ਹੋਏਗਾ ਨਾ, ਵੈਸਾ ਹੀ ਫਲ ਤੁਹਾਨੂੰ ਬਾਹਰ ਦੇਖਣ ਨੂੰ ਮਿਲਣਾ ਹੈ। ਜੇ ਤੁਹਾਡੇ ਅੰਦਰ ਵਿਸ਼ਵਾਸ ਪੂਰਾ ਹੈ, ਪ੍ਰੇਮ ਪੂਰਾ ਹੈ, ਤਾਂ ਫਿਰ ਉਦਾਂ ਦਾ ਫਲ ਤੁਹਾਨੂੰ ਮਿਲੇਗਾ। ਤਾਂ ਜੇ ਤੁਹਾਡੇ ਅੰਦਰ ਸ਼ੰਕਾ ਹੈ, ਤੁਹਾਨੂੰ ਯਕੀਨ ਨਹੀਂ ਹੈ, ਤੁਹਾਡੇ ਅੰਦਰ ਜਿੱਦਾਂ ਬੰਦਾ ਕਹਿ ਦਿੰਦਾ ਨਾ ਕਿ ਵਹਿਮ ਜ਼ਿਆਦੇ ਹੈ, ਭਰਮ ਜ਼ਿਆਦੇ ਹੈ, ਯਕੀਨ ਘੱਟ ਹੈ, ਭਰੋਸਾ ਘੱਟ ਹੈ, ਪ੍ਰੇਮ ਘੱਟ ਹੈ, ਤਾਂ ਫਿਰ ਬਾਹਰੋਂ ਉਹਨੂੰ ਰਿਜ਼ਲਟ ਵੀ ਉਦਾਂ ਦਾ ਹੀ ਮਿਲਣਾ ਹੈ, ਚੀਜ਼ ਵੀ ਬਾਹਰੋਂ ਫਿਰ ਉਦਾਂ ਦੀ ਮਿਲਣੀ ਹੈ। ਇਸ ਲਈ ਜਿਨ੍ਹਾਂ ਨੇ ਆਪਣੇ ਮਾਲਿਕ ਤੇ ਪੂਰਾ ਵਿਸ਼ਵਾਸ ਰੱਖਿਆ, ਯਕੀਨ ਰੱਖਿਆ, ਭਰੋਸਾ ਰੱਖਿਆ ਕਿ ਮੇਰਾ ਮਾਲਿਕ ਮੇਰੇ ਨਾਲ ਹੈ, ਮੇਰਾ ਮਾਲਿਕ ਮੇਰੇ ਅੰਦਰ ਹੈ, ਤਾਂ ਫਿਰ ਉਹ ਵਾਕਈ ਜਿਹੜੇ ਵਿਸ਼ਵਾਸ ਨਾਲ ਚੱਲਦੇ ਆ, ਪ੍ਰਮਾਤਮਾ ਕਦਮ ਕਦਮ ਤੇ ਅਹਿਸਾਸ ਵੀ ਕਰਵਾ ਦਿੰਦਾ ਹੈ ਕਿ ਤੂੰ ਇਕੱਲਾ ਨਹੀਂ ਹੈ, ਮੈਂ ਤੇਰੇ ਨਾਲ ਹਾਂ। ਔਰ ਫਿਰ ਇੱਕ ਵਾਰ ਇੱਥੇ ਦੱਸਾਂਗੇ ਕਿ ਜਿਹੜਾ ਕੰਮ ਇਨਸਾਨ ਦਾ ਵਿਸ਼ਵਾਸ ਕਰ ਸਕਦਾ ਹੈ, ਕਿਉਂਕਿ ਵਿਸ਼ਵਾਸ ਹੀ ਉਹਦੀ ਰਹਿਮਤ ਨੂੰ ਸਾਡੇ ਤੱਕ ਲੈ ਕੇ ਆਉਂਦਾ ਹੈ। ਜਿਹੜਾ ਕੰਮ ਇਨਸਾਨ ਦਾ ਵਿਸ਼ਵਾਸ ਕਰ ਸਕਦਾ ਹੈ, ਉਹਦੀ ਰਹਿਮਤ ਕਰ ਸਕਦੀ ਹੈ, ਉਹ ਕੰਮ ਦੁਨੀਆ ਦੀ ਹੋਰ ਕੋਈ ਚੀਜ਼ ਨਹੀਂ ਕਰ ਸਕਦੀ। ਇਸ ਲਈ ਸਮਝਣਾ। ਤਾਂ ਹੀ ਤਾਂ ਇੱਥੇ ਇੱਕ ਗੱਲ ਕਹਿਣੀ ਚਾਹਾਂਗੇ ਕਿ ਸ਼ਬਦ ਸਾਨੂੰ ਯਾਦ ਆ ਗਿਆ ਕਿ ਜਾ ਘਟ ਭੀਤਰ ਹਰ ਕਾ ਖੇਲਾ, ਘਟ ਹੀ ਮਾਹੀ ਸਗਲ ਪਦਾਰਥ, ਘਟ ਹੀ ਹਰ ਸੇ ਮੇਲਾ, घट ही देवल, घट ही ज्योति, घट ही तीर्थ सारे, जो घट भीतर बैठ के देखा देखे अजब नजारे। राम भक्ति घट ही के भीतर, घट ही प्रेम प्रकाशा, जो भीतर देखे वो साहिब पावे, मिटे जन्म की प्यासा। जरा देखो इस शब्द के अंदर की दसिया गया है कि परमात्मा किथे है, ਉਹਦੀਆਂ ਰਹਿਮਤਾਂ ਕਿੱਥੇ ਹੈ। ਅਸੀਂ ਇੱਕ ਗੱਲ ਤੁਹਾਨੂੰ ਕਵਾਂਗੇ, ਆ ਜਿਹੜੇ ਇਨਸਾਨ ਪਰੇਸ਼ਾਨੀਆਂ ਤੋਂ ਡਰ ਜਾਂਦੇ ਆ ਨਾ, ਪਰੇਸ਼ਾਨੀ ਆਈ, ਕੋਈ ਬਿਮਾਰੀ ਆਈ, ਉਹ ਡਰ ਜਾਂਦੇ ਆ, ਪਰੇਸ਼ਾਨੀ ਨੂੰ ਦੇਖ ਕੇ ਘਬਰਾ ਜਾਂਦੇ ਆ, ਕਿਸੇ ਬਿਮਾਰੀ ਨੂੰ ਦੇਖ ਕੇ ਡਰ ਜਾਂਦੇ ਆ। ਤਾਂ ਪਰੇਸ਼ਾਨੀਆਂ ਨੂੰ ਦੇਖ ਕੇ ਡਰਨ ਵਾਲਾ, ਬਿਮਾਰੀਆਂ ਨੂੰ ਦੇਖ ਕੇ ਘਬਰਾਉਣ ਵਾਲਾ, ਹਿੰਮਤ ਹਾਰ ਕੇ ਬੈਠਣ ਵਾਲਾ ਇਨਸਾਨ ਆਪਣੇ ਅੰਦਰ ਬੈਠੇ ਉਹ ਮਾਲਿਕ ਦਾ ਅਪਮਾਨ ਕਰਦਾ ਹੈ। ਸਮਝ ਆਈ ਕਿ ਨਹੀਂ? ਪਰੇਸ਼ਾਨੀ ਬਾਹਰ ਹੈ, ਬਿਮਾਰੀ ਬਾਹਰ ਸਰੀਰ ਨੂੰ ਹੈ। ਹੁਣ ਅਸੀਂ ਬਿਮਾਰੀਆਂ ਨੂੰ ਦੇਖ ਕੇ ਹਿੰਮਤ ਹਾਰ ਕੇ ਬਹਿ ਜਾਂਦੇ ਹਾਂ, ਦੁੱਖਾਂ ਨੂੰ ਦੇਖ ਕੇ, ਪਰੇਸ਼ਾਨੀਆਂ ਨੂੰ ਦੇਖ ਕੇ ਡਰ ਜਾਂਦੇ ਹਾਂ।
ਤਾਂ ਜੇ ਦੁੱਖਾਂ ਨੂੰ ਦੇਖ ਕੇ, ਪਰੇਸ਼ਾਨੀਆਂ ਨੂੰ ਦੇਖ ਕੇ ਡਰ ਗਏ, ਤਾਂ ਫਿਰ ਇਹ ਸਭ ਤੋਂ ਬੜਾ ਅਪਮਾਨ ਹੈ ਆਪਣੇ ਅੰਦਰ ਬੈਠੇ ਉਹ ਭਗਵਾਨ ਦਾ, ਉਹ ਪਰਮਾਤਮਾ ਦਾ, ਕਿ ਇੰਨਾ ਸ਼ਕਤੀਸ਼ਾਲੀ ਪਰਮਾਤਮਾ ਸਾਡੇ ਅੰਦਰ ਹੋਵੇ ਤੇ ਅਸੀਂ ਦੁੱਖਾਂ ਨੂੰ ਦੇਖ ਕੇ ਡਰ ਜਾਈਏ, ਬਿਮਾਰੀਆਂ ਨੂੰ ਦੇਖ ਕੇ ਡਰ ਜਾਈਏ, ਹਿੰਮਤ ਹਾਰ ਕੇ ਬਹਿ ਜਾਈਏ। ਨਹੀਂ, ਉੱਥੇ ਯਾਦ ਦਿਲਾਓ ਆਪਣੇ ਆਪ ਨੂੰ, ਜੇ ਜੀਵਨ 'ਚ ਮੁਸ਼ਕਿਲ ਆਵੇ, ਜੀਵਨ 'ਚ ਪਰੇਸ਼ਾਨੀ ਆਵੇ, ਜੀਵਨ 'ਚ ਕਿਸੇ ਤਰ੍ਹਾਂ ਦਾ ਵੀ ਹਾਲਾਤ ਆਵੇ, ਤਾਂ ਡਰਨਾ ਨਹੀਂ ਹੈ, ਨਿਰਾਸ਼ ਨਹੀਂ ਹੋਣਾ, ਹਿੰਮਤ ਨਹੀਂ ਹਾਰਨੀ, ਬਲਕਿ ਆਪਣੇ ਆਪ ਨੂੰ ਯਾਦ ਦਿਲਾਣਾ ਹੈ। ਕੀ ਯਾਦ ਦਿਲਾਣਾ ਹੈ? ਕਿ that powerful God is my father, ਕਿ ਉਹ ਸ਼ਕਤੀਸ਼ਾਲੀ ਪਿਤਾ ਪਰਮਾਤਮਾ ਮੇਰਾ ਫਾਦਰ ਹੈ, ਮੈਂ ਉਹਦਾ ਬੱਚਾ ਹਾਂ। that powerful God is my father, ਕਿ ਉਹ ਸ਼ਕਤੀਸ਼ਾਲੀ ਪਰਮਾਤਮਾ ਮੇਰਾ ਪਿਤਾ ਹੈ। ਤਾਂ ਜੇ ਮੇਰਾ ਪਿਤਾ ਸ਼ਕਤੀਸ਼ਾਲੀ ਹੈ ਤਾਂ ਮੈਂ ਕਮਜ਼ੋਰ ਕਦੀ ਹੋ ਹੀ ਨਹੀਂ ਸਕਦਾ। ਇਹ ਯਾਦ ਦਿਲਾਣਾ ਹੈ ਉਸ ਵੇਲੇ, ਘਬਰਾਣਾ ਨਹੀਂ ਹੈ, ਨਿਰਾਸ਼ ਨਹੀਂ ਹੋਣਾ। ਜਾਂ ਦੂਜੇ ਲਫ਼ਜ਼ਾਂ 'ਚ ਕਹਿਣਾ ਹੈ ਕਿ I am the child of powerful God, ਕਿ ਮੈਂ ਸ਼ਕਤੀਸ਼ਾਲੀ ਪਿਤਾ ਦੀ ਸੰਤਾਨ ਹਾਂ। ਕੀ ਕਹਿਣਾ ਹੈ? ਆਪਣੇ ਦਿਲ ਤੇ ਹੱਥ ਰੱਖ ਕੇ ਕਿ I am the child of powerful God, ਕਿ ਮੈਂ ਉਸ ਸ਼ਕਤੀਸ਼ਾਲੀ ਪਿਤਾ ਦੀ, ਮਾਲਿਕ ਦੀ ਸੰਤਾਨ ਹਾਂ ਜੋ ਮੇਰੇ ਅੰਦਰ ਵਸਦਾ ਹੈ। ਯਾਨੀ ਉਹਦੀ ਸ਼ਕਤੀ ਨੂੰ ਪਹਿਚਾਣੋ। ਹੁਣ ਜਦੋਂ ਤੁਸੀਂ ਆਪਣੇ ਅੰਦਰ ਬੈਠੇ ਹੋ ਪਰਮਾਤਮਾ ਦੀ ਸ਼ਕਤੀ ਤੇ ਵਿਸ਼ਵਾਸ ਕਰੋਗੇ, ਉੱਤੇ ਯਕੀਨ ਕਰੋਗੇ, ਤਾਂ ਫਿਰ ਤੁਸੀਂ ਬੜੇ ਤੋਂ ਬੜੀ ਪਰੇਸ਼ਾਨੀ ਨੂੰ, ਬੜੇ ਤੋਂ ਬੜੇ ਦੁੱਖ ਨੂੰ ਐਡਾ ਪਲਾਂ 'ਚ ਹੀ ਹਰਾ ਸਕਦੇ ਹੋ। ਕਿਉਂਕਿ ਜਦੋਂ ਆਪਣੀ ਤਾਕਤ ਪਹਿਚਾਣ ਲਈ, ਉਹ ਸ਼ਕਤੀਸ਼ਾਲੀ ਪਿਤਾ ਨੂੰ ਪਹਿਚਾਣ ਲਿਆ ਜੋ ਸਾਡੇ ਅੰਦਰ ਬੈਠਾ ਹੈ, ਤਾਂ ਫਿਰ ਬਾਹਰਲੀ ਹਰ ਚੀਜ਼ ਉਹਦੇ ਸਾਹਮਣੇ ਛੋਟੀ ਹੋ ਜਾਂਦੀ ਹੈ। ਇਸ ਲਈ ਆਪਣੇ ਅੰਦਰ ਬੈਠੇ ਮਾਲਿਕ ਦਾ ਅਪਮਾਨ ਨਾ ਕਰੋ। ਸਮਝਦੇ ਹੋ ਕਿ ਨਹੀਂ? ਪਤਾ ਨਹੀਂ ਗੱਲ ਸਮਝ ਆਈ ਕਿ ਨਹੀਂ? ਜੇ ਆ ਗਈ ਤਾਂ ਫਿਰ ਦੱਸ ਦਿਓ। ਆਪਣੇ ਅੰਦਰ ਬੈਠੇ ਸ਼ਕਤੀਸ਼ਾਲੀ ਪਿਤਾ ਦਾ ਅਪਮਾਨ ਨਾ ਕਰੋ, ਕਿਉਂਕਿ ਸ਼ਕਤੀਸ਼ਾਲੀ ਪਿਤਾ ਅੰਦਰ ਬੈਠਾ ਹੋਵੇ ਤਾਂ ਅਸੀਂ ਬਾਹਰਲੀਆਂ ਛੋਟੀਆਂ ਪਰੇਸ਼ਾਨੀਆਂ ਤੋਂ ਡਰ ਜਾਈਏ। ਸਰੀਰ ਤੇ ਕਿਤੇ ਫਿੰਸੀ ਹੋ ਜਾਵੇ ਉਹ ਤੋਂ ਡਰ ਜਾਈਏ, ਸਰੀਰ ਨੂੰ ਕੋਈ ਦੁੱਖ ਆ ਜਾਵੇ ਉਹ ਤੋਂ ਡਰ ਜਾਈਏ। ਤਾਂ ਫਿਰ ਪਰਮਾਤਮਾ ਵੀ ਕਹੇਗਾ ਮੈਂ ਤੇਰੇ ਅੰਦਰ ਬੈਠਾ ਆ, ਤੈਨੂੰ ਮੇਰੀ ਸ਼ਕਤੀ ਤੇ ਯਕੀਨ ਹੈ ਨਹੀਂ, ਤਾਂ ਤੂੰ ਬਾਹਰਲੀ ਪਰੇਸ਼ਾਨੀ ਤੋਂ ਡਰ ਗਿਆ, ਬਾਹਰਲੀ ਪਰੇਸ਼ਾਨੀ ਤੋਂ ਘਬਰਾ ਗਿਆ। ਇਹ ਤਾਂ ਉਹੀ ਗੱਲ ਹੈ, ਬਾਦਸ਼ਾਹ ਸਾਡੇ ਅੰਦਰ ਬੈਠਾ ਹੋਵੇ ਤੇ ਅਸੀਂ ਬਾਹਰ ਸੈਨਿਕ ਤੋਂ ਡਰੇ ਫਿਰੀਏ। ਬਾਦਸ਼ਾਹ ਸਾਡਾ ਪਿਤਾ ਹੋਵੇ ਤਾਂ ਅਸੀਂ ਸੈਨਿਕਾਂ ਤੋਂ ਡਰਦੇ ਫਿਰੀਏ। ਹੁਣ ਜ਼ਰਾ ਸੋਚੋ, ਇੱਥੇ ਗੱਲ ਦਾ ਜਵਾਬ ਦੇਣਾ। ਆਪਾਂ ਅਕਬਰ ਦੀ ਗੱਲ ਕੀਤੀ, ਹੁਣ ਜੇ ਅਕਬਰ ਬਾਦਸ਼ਾਹ ਹੈ ਤਾਂ ਕੀ ਉਹਦਾ ਬੇਟਾ ਸਲੀਮ ਸੈਨਿਕਾਂ ਤੋਂ ਡਰੇਗਾ, ਸਿਪਾਹੀਆਂ ਤੋਂ ਡਰੇਗਾ? ਬਲਕਿ ਸਿਪਾਹੀ ਉਹ ਤੋਂ ਡਰਨਗੇ। ਉਹ ਕਹੇਗਾ ਮੈਂ ਬਾਦਸ਼ਾਹ ਦਾ ਬੇਟਾ ਹਾਂ, ਸ਼ਹਿਜ਼ਾਦਾ ਹਾਂ, ਉਹ ਸੈਨਿਕਾਂ ਤੋਂ ਮੈਂ ਕੀ ਡਰਨਾ, ਇਹ ਸੈਨਿਕ ਤਾਂ ਮੇਰੇ ਤੋਂ ਡਰਨਗੇ। ਤੁਸੀਂ ਡਰਦੇ ਕਿਉਂ? ਤੁਸੀਂ ਇਸ ਲਈ ਡਰਦੇ ਹੋ ਕਿ ਤੁਸੀਂ ਆਪਣੇ ਅੰਦਰ ਹਾਲੇ ਆਪਣੇ ਪਿਤਾ, ਉਹ ਮਾਲਿਕ ਨੂੰ, ਉਹ ਪਰਮਾਤਮਾ ਨੂੰ ਜਾਣਿਆ ਹੀ ਨਹੀਂ ਹੈ, ਉਹਨੂੰ ਪਹਿਚਾਣਿਆ ਹੀ ਨਹੀਂ ਹੈ ਕਿ ਮੈਂ ਕਿਸ ਸ਼ਕਤੀਸ਼ਾਲੀ ਬਾਪ ਦਾ ਬੱਚਾ ਹਾਂ। ਇਸ ਲਈ ਅਸੀਂ ਕਿਹਾ ਗੱਲ ਤੁਰਦੇ ਫਿਰਦੇ ਕਹਿੰਦੇ ਰਹੋ ਕਿ that powerful God is my father, ਕਿ ਉਹ ਸ਼ਕਤੀਸ਼ਾਲੀ ਪਰਮਾਤਮਾ, ਉਹ ਸ਼ਕਤੀਸ਼ਾਲੀ ਈਸ਼ਵਰ ਮੇਰਾ ਪਿਤਾ ਹੈ। ਫਿਰ ਮੈਂ ਕਿਉਂ ਡਰਾਂ, ਫਿਰ ਮੈਂ ਕਿਉਂ ਚਿੰਤਾ ਕਰਾਂ? ਕਿਉਂਕਿ ਬਾਦਸ਼ਾਹ ਦੇ ਬੱਚੇ ਵੀ ਡਰ ਸਕਦੇ ਐ ਦੂਸਰੇ ਬਾਦਸ਼ਾਹ ਤੋਂ, ਪਰ ਅਸੀਂ ਉਸ ਬਾਦਸ਼ਾਹ ਦੇ ਬੱਚੇ ਆ ਜਿਹਦੀ ਬਰਾਬਰੀ ਦਾ ਹੋਰ ਕੋਈ ਹੈ ਹੀ ਨਹੀਂ। ਫਿਰ ਅਸੀਂ ਕਿਉਂ ਡਰੀਏ? ਇਹ ਰੱਖੋ ਦਿਲ ਤੇ ਹੱਥ ਕਿ that powerful God is my, that powerful God is my, that powerful God is my, ਉਹ ਸ਼ਕਤੀਸ਼ਾਲੀ ਪਰਮਾਤਮਾ ਮੇਰਾ ਪਿਤਾ ਹੈ, ਉਹ ਸ਼ਕਤੀਸ਼ਾਲੀ ਪਰਮਾਤਮਾ ਮੇਰਾ, ਉਹ ਸ਼ਕਤੀਸ਼ਾਲੀ ਪਰਮਾਤਮਾ ਮੇਰਾ। ਬਸ ਇਹ ਯਕੀਨ ਰੱਖਣਾ ਹੈ। ਤੇ ਯਾਦ ਰੱਖੋ, ਇੰਨਾ ਯਕੀਨ ਰੱਖੋਗੇ ਤਾਂ ਤੁਹਾਡੇ ਮੋੜੇ ਆਉਣ ਵਾਲੀ ਹਰ ਪਰੇਸ਼ਾਨੀ ਤੁਹਾਨੂੰ ਏਦਾਂ ਛੋਟੀ ਲੱਗੇਗੀ। ਕਿਉਂਕਿ ਅਸੀਂ ਆਪਣੀ ਗੱਲ ਦੱਸਦੇ ਹਾਂ ਕਿ ਬਚਪਨ 'ਚ ਜਾਂ ਸ਼ੁਰੂ 'ਚ ਜਦੋਂ ਕਿਤੇ ਜਾਣਾ, ਕੋਈ ਪਰੇਸ਼ਾਨੀ ਆਣੀ, ਤਾਂ ਆਪਣੇ ਦਿਲ ਤੇ ਹੱਥ ਰੱਖ ਕੇ ਕਹਿਣਾ ਕਿ ਉਹ ਸ਼ਕਤੀਸ਼ਾਲੀ ਮਾਲਿਕ ਮੇਰੇ ਨਾਲ ਹੈ। ਜਿੱਦਾਂ ਹੀ ਤੁਹਾਨੂੰ ਕਹੀਦਾ ਨਾ ਜਬ ਮੇਰਾ ਮਾਲਿਕ ਮੇਰੇ ਸਾਥ ਹੈ ਤਾਂ ਡਰਨੇ ਕੀ ਕਿਆ। ਜਿੱਦਾਂ ਹੀ ਅਸੀਂ ਦਿਲ ਤੇ ਹੱਥ ਰੱਖ ਕੇ ਸ਼ੁਰੂ ਦੀ ਗੱਲ ਦੱਸਦੇ ਹਾਂ, ਹੁਣ ਤਾਂ ਗੱਲ ਹੀ ਬਹੁਤ ਉੱਪਰ ਚਲੀ ਗਈ ਹੈ। ਕਿਉਂਕਿ ਸ਼ੁਰੂ 'ਚ ਜਦੋਂ 12-13 ਸਾਲ ਦੀ ਉਮਰ ਹੁੰਦੀ ਸੀ, ਕਿਸੇ ਹਾਲਾਤ ਤੋਂ ਡਰਨਾ ਜਾਂ ਕਿਸੇ ਤਰ੍ਹਾਂ ਦੇ ਹਾਲਾਤ ਸਾਹਮਣੇ ਆ ਜਾਣੇ, ਆਪਣੇ ਦਿਲ ਤੇ ਹੱਥ ਰੱਖ ਕੇ ਕਹਿਣਾ। ਜਦੋਂ ਡਰ ਲੱਗਣਾ, ਦਿਲ ਧੜਕਣਾ, ਅੱਖਾਂ ਬੰਦ ਕਰ ਲੈਣੀਆਂ, ਆਪਣੇ ਆਪ ਨੂੰ ਕਹਿਣਾ ਕਿ ਇਹ ਦਿਲ
ਇਹ ਹਿਰਦਾ ਮੇਰੇ ਮਾਲਿਕ ਦਾ ਘਰ ਹੈ, ਔਰ ਜੇ ਇਸ ਦਿਲ ਦੇ ਵਿੱਚ ਮੇਰਾ ਮਾਲਿਕ ਵਸਦਾ ਹੈ ਤਾਂ ਇੱਥੇ ਡਰ ਕਦੀ ਹੋ ਹੀ ਨਹੀਂ ਸਕਦਾ। ਹੁਣ ਤੁਸੀਂ ਚੈੱਕ ਕਰੋ, ਤੁਹਾਡੇ ਦਿਲ 'ਚ ਡਰ ਰਹਿੰਦਾ ਹੈ ਜਾਂ ਤੁਹਾਡਾ ਮਾਲਿਕ ਰਹਿੰਦਾ ਹੈ? ਤਾਂ ਫਿਰ ਡਰਦੇ ਕਿਉਂ? ਫਿਰ ਕਿਉਂ ਚਿੰਤਾ ਕਰਦੇ ਹੋ? ਮਾੜੀ ਜਿਹੀ ਕੋਈ ਪਰੇਸ਼ਾਨੀ ਆ ਜਾਵੇ ਡਰ ਕੇ ਬਹਿ ਜਾਂਦੇ ਹੋ, ਹਾਏ ਉਹ ਐਡੀ ਪਰੇਸ਼ਾਨੀ ਆ ਗਈ, ਐਡੀ ਪਰੇਸ਼ਾਨੀ ਕਹਿ ਦਿੰਦੇ ਆ, ਐਡੀ ਪਰੇਸ਼ਾਨੀ, ਹਾਲਾਂਕਿ ਹੁੰਦੀ ਕੁਝ ਵੀ ਨਹੀਂ ਹੈ। ਬਹੁਤ ਬੜੀ ਪਰੇਸ਼ਾਨੀ, ਕਈ ਵਾਰ ਦੇਖਿਆ ਹੈ ਮਾਲਕੋ ਬਹੁਤ ਬੜੀ ਪਰੇਸ਼ਾਨੀ ਹੈ, ਜਦੋਂ ਸੁਣੀਦਾ ਤਾਂ ਅਸੀਂ ਕਹਿੰਦੇ ਬਹੁਤ ਬੜੀ ਹੈ। ਇਹਦੇ ਨਾਲ ਵੀ ਬੜੀਆਂ ਬੜੀਆਂ ਪਰੇਸ਼ਾਨੀਆਂ ਦੁਨੀਆ ਤੇ ਹੈ, ਕੋਈ ਬੜੀ ਪਰੇਸ਼ਾਨੀ ਨਹੀਂ ਹੈ। ਜਦੋਂ ਅਸੀਂ ਪਰੇਸ਼ਾਨੀ ਨੂੰ ਬੜਾ ਸਮਝਦੇ ਹਾਂ ਤਾਂ ਪਰੇਸ਼ਾਨੀ ਬੜੀ ਲੱਗਦੀ ਹੈ, ਤਾਂ ਜਦੋਂ ਅਸੀਂ ਆਪਣੇ ਮਾਲਿਕ ਦੀ ਰਹਿਮਤ ਨੂੰ ਦੇਖਦੇ ਹਾਂ, ਉਹਦੀ ਰਹਿਮਤ ਨੂੰ ਸਮਝਦੇ ਹਾਂ, ਤਾਂ ਫਿਰ ਹਰ ਚੀਜ਼ ਉਹਦੇ ਸਾਹਮਣੇ ਛੋਟੀ ਲੱਗਦੀ ਹੈ। ਜਿੱਦਾਂ ਹੁਣ ਤੁਸੀਂ ਧਰਤੀ ਨੂੰ ਦੇਖੋ ਤਾਂ ਕਿੱਡੀ ਵੱਡੀ ਲੱਗਦੀ ਹੈ, ਲੱਗਦੀ ਹੈ ਕਿ ਨਹੀਂ? ਕਹਿੰਦੇ ਕਿੱਡੀ ਵੱਡੀ ਧਰਤੀ, ਅਰਬਾਂ ਲੋਕ ਇਸ ਧਰਤੀ ਤੇ ਰਹਿੰਦੇ ਆ। ਪਰ ਹੁਣ ਜਦੋਂ ਇਸੇ ਧਰਤੀ ਨੂੰ ਸੂਰਜ ਦੇ ਸਾਹਮਣੇ ਦੇਖੋਗੇ ਨਾ, ਇੱਕ ਤਸਵੀਰ ਨੈਟ ਤੇ ਜਾ ਕੇ ਦੇਖਿਓਗੇ ਸੂਰਜ ਔਰ ਧਰਤੀ ਦੀ ਤਸਵੀਰ, ਤਾਂ ਤੁਸੀਂ ਦੇਖੋਗੇ ਕਿ ਸੂਰਜ ਦੇ ਸਾਹਮਣੇ ਧਰਤੀ ਨੂੰ ਰੱਖਿਆ ਹੋਵੇ ਤਾਂ ਇੱਕ ਬਿੰਦੀ ਜਿਹੀ ਲੱਗਦੀ ਹੈ, ਜਿਹਦੀ ਵੀ ਹੈ ਨਹੀਂ, ਨਿੱਕੀ ਜਿਹੀ ਧਰਤੀ ਲੱਗਦੀ ਹੈ ਸੂਰਜ ਦੇ ਸਾਹਮਣੇ। ਉੱਥੇ ਪਤਾ ਲੱਗਦਾ ਕਿ ਜਿਹੜੀ ਧਰਤੀ ਐਡੀ ਵੱਡੀ ਲੱਗਦੀ ਹੈ, ਜਦੋਂ ਸੂਰਜ ਦੇ ਸਾਹਮਣੇ ਜਾਂਦੀ ਹੈ ਤਾਂ ਬੜੀ ਛੋਟੀ ਜਿਹੀ ਲੱਗਦੀ, ਜਿਹੜਾ ਰਾਈ ਦਾ ਦਾਣਾ ਹੁੰਦਾ ਹੈ। ਰਾਈ ਦਾ ਦਾਣਾ ਦੇਖਿਆ ਕਦੀ? ਨਿੱਕਾ ਜਿਹਾ ਹੁੰਦਾ ਹੈ। ਇਹਨੂੰ ਇਦਾਂ ਹੀ ਸਮਝ ਲਓ, ਇਦਾਂ ਸਮਝ ਲਓ ਕਿ ਹਦਵਾਣੇ ਦੇ ਸਾਹਮਣੇ ਰਾਈ ਦਾ ਦਾਣਾ ਰੱਖ ਦਿਓ ਤੁਸੀਂ। ਹਦਵਾਣਾ ਸਮਝਦੇ, ਵਾਟਰਮੈਲਨ, ਉਹਦੇ ਸਾਹਮਣੇ ਰਾਈ ਦਾ ਦਾਣਾ ਰੱਖ ਦਿਓ। ਫਿਰ ਦੇਖੋ ਆਹ ਹਦਵਾਣਾ ਸੂਰਜ ਹੈ ਔਰ ਆਹ ਰਾਈ ਦੀ ਦਾਣਾ ਸਾਡੀ ਪ੍ਰਿਥਵੀ ਹੈ। ਹੁਣ ਬੰਦਾ ਸੋਚੇ, ਜਿਹੜੀ ਪ੍ਰਿਥਵੀ ਨੂੰ ਮੈਂ ਐਡਾ ਵੱਡਾ ਸਮਝਦਾ ਹਾਂ, ਸੂਰਜ ਸਾਹਮਣੇ ਤਾਂ ਇਹ ਇੰਨੀ ਕੁ ਹੈ, ਤਾਂ ਜਿਹੜੀ ਸਮੱਸਿਆ ਨੂੰ ਮੈਂ ਐਡੀ ਵੱਡੀ ਸਮਝਦਾ ਹਾਂ, ਉਹ ਮੇਰੇ ਮਾਲਿਕ ਦੀ ਰਹਿਮਤ ਸਾਹਮਣੇ ਤਾਂ ਇਹ ਇੰਨੀ ਕੁ ਹੈ। ਫਿਰ ਮੈਂ ਕਿਉਂ ਡਰਾਂ? ਸਮਝ ਗਿਆ ਕਿ ਨਹੀਂ? ਅੱਜ ਤੋਂ ਡਰਨਾ ਬੰਦ ਕਰੋ, ਕਿਉਂਕਿ ਫਿਰ ਕਵਾਂਗੇ ਜਿਹੜੇ ਹਜ਼ੂਰ ਕਾਤਲਾਂ ਦੀ ਤਕਲੀਫ ਦੇਖ ਕੇ, ਉਹਨਾਂ ਦਾ ਦੁੱਖ ਦੇਖ ਕੇ ਉਹਦੀ ਮਦਦ ਵਾਸਤੇ ਆ ਸਕਦੇ ਐ, ਫਿਰ ਤੁਸੀਂ ਤਾਂ ਆਸ਼ਕੇ ਸਾਹਿਬ ਹੋ, ਆਸ਼ਕੇ ਕਾਦਰ ਹੋ, ਤੁਹਾਨੂੰ ਡਰਨ ਦੀ ਕੀ ਲੋੜ? ਤੁਹਾਨੂੰ ਫਿਕਰ ਕਰਨ ਦੀ ਕੀ ਲੋੜ? ਜਰਾ ਵਿਸ਼ਵਾਸ ਨਾਲ ਯਾਦ ਤਾਂ ਕਰਕੇ ਦੇਖੋ। ਹੁਣ ਦੱਸਿਆ ਨਾ ਜੀਵ ਨੇ, ਮਾਲਕੋ ਕਈ ਮਹੀਨਿਆਂ ਤੋਂ ਦਵਾਈ ਖਾ ਰਹੀ ਸੀ, ਫਿਰ ਫਰਿਆਦ ਕੀਤੀ ਤਾਂ ਰਾਤ ਨੂੰ ਸੁਪਨੇ ਚ ਆ ਕੇ ਸਿਰ ਤੇ ਹੱਥ ਰੱਖਿਆ ਤਾਂ ਮੇਰੇ ਸਾਰੇ ਦੁੱਖ ਦੂਰ ਹੋ ਗਏ, ਉਦੋਂ ਦੀ ਦਵਾਈ ਛੱਡੀ ਹੋਈ ਹੈ, ਮੈਂ ਠੀਕ ਹਾਂ ਹੁਣ। ਇੱਕ ਵਾਰ ਪ੍ਰੇਮ ਨਾਲ ਯਾਦ ਤਾਂ ਕਰੋ, ਪ੍ਰੇਮ ਨਾਲ ਬੁਲਾਓ ਤਾਂ ਸਹੀ, ਵਿਸ਼ਵਾਸ ਤਾਂ ਰੱਖੋ। ਕਿਉਂ ਨਹੀਂ ਉਹਦੀ ਰਹਿਮਤ ਤੁਹਾਡੇ ਤੱਕ ਪਹੁੰਚੇਗੀ? ਕਿਉਂਕਿ ਆਸ਼ਕਾਂ ਤੱਕ ਤਾਂ ਉਹ ਆਪ ਦੌੜ ਕੇ ਆਂਦਾ ਹੈ। ਤਾਂ ਹੀ ਕਹਿੰਦੇ ਨਾ, ਚਰਨ ਸ਼ਰਨ ਗੁਰੂ ਏਕ ਪੈਂਡਾ, ਜਾਈ ਚਲ ਸਤਿਗੁਰ ਕੋਟ ਪੈਂਡਾ, ਆਗੇ ਹੋਏ ਲੇਟ ਹੈ। ਤੂੰ ਵਿਸ਼ਵਾਸ ਨਾਲ ਇੱਕ ਕਦਮ ਤਾਂ ਵਧਾ ਆਪਣੇ ਮਾਲਿਕ ਦੀ ਤਰਫ, ਉਹ ਮਾਲਿਕ ਹਜ਼ਾਰਾਂ ਕਦਮ ਦੌੜ ਕੇ ਚੱਲ ਕੇ ਆਏਗਾ ਕਿ ਮੇਰਾ ਬੱਚਾ ਮੇਰੀ ਤਰਫ ਆ ਰਿਹਾ ਹੈ, ਤੇ ਇਸ ਤੋਂ ਪਹਿਲਾਂ ਉਹ ਮੇਰੇ ਤੱਕ ਪਹੁੰਚੇ, ਮੈਂ ਉਹ ਤੱਕ ਪਹੁੰਚ ਕੇ ਉਹਨੂੰ ਗੱਲ ਨਾਲ ਲਾ ਲਵਾਂ। ਇਹੀ ਤਾਂ ਮਹਿਬੂਬ ਔਰ ਆਸ਼ਿਕ ਦੀ ਮੁਹੱਬਤ ਦੀ ਇੱਕ ਨਿਸ਼ਾਨੀ ਹੁੰਦੀ ਹੈ। ਸਮਝ ਆ ਰਹੀ ਹੈ ਕਿ ਨਹੀਂ? ਪਰ ਬੰਦੇ ਦਾ ਇਸ਼ਕ ਪਤਾ ਕਿੱਦਾਂ ਦਾ ਹੁੰਦਾ ਹੈ? ਜਦ ਤੱਕ ਸਭ ਕੁਝ ਠੀਕ ਹੈ, ਬੜਾ ਪਿਆਰ, ਬਹੁਤ ਪਿਆਰ ਹੈ, ਆਈ ਲਵ ਯੂ ਮਾਲਿਕ ਜੀ, ਬਹੁਤ ਪਿਆਰ ਕਰਦਾ ਤੁਹਾਨੂੰ। ਪਰ ਜਿੱਦਾਂ ਤਕਲੀਫ ਆਈ, ਲੈ ਆ ਦੁੱਖ ਆ ਗਿਆ, ਮਾਲਕਾਂ ਨੇ ਸੁਣੀ ਨਹੀਂ ਮੇਰੀ, ਹੈ ਨਹੀਂ ਮਾਲਕੋ ਤੁਸੀਂ ਮੈਨੂੰ ਪਿਆਰ ਨਹੀਂ ਕਰਦੇ। ਕਈ ਵਾਰ ਅਜੀਬ ਕਹਿ ਦਿੰਦੇ ਇਹ ਪਿਆਰ ਛਿਨ ਚੜੇ ਛਿਨ ਉਤਰੇ, ਜੇ ਤੋਂ ਪ੍ਰੇਮ ਨਾ ਹੋਏ। ਇੱਕ ਪਲ ਚੜ ਗਿਆ, ਇੱਕ ਪਲ ਉਤਰ ਗਿਆ, ਨੂੰ ਪਿਆਰ ਕਹਿੰਦੇ ਆ ਅਸੀਂ। ਪ੍ਰੇਮ ਕਿਹਨੂੰ ਕਿਹਾ ਜਾਂਦਾ? ਆਟ ਪ੍ਰੇਮ ਪਿੰਜਰ ਵਸੇ, ਪ੍ਰੇਮ ਕਹਾਵੇ ਸੋਏ। ਪ੍ਰੇਮ ਉਹਨੂੰ ਕਿਹਾ ਜਾਂਦਾ ਜਿਹੜਾ ਰੂਹ ਵਿੱਚ ਪਿੰਜਰ ਵਿੱਚ ਵਸ ਜਾਵੇ, ਕਿ ਚਮੜੀ ਤਾਂ ਉਤਰ ਜਾਵੇ ਪਰ ਪ੍ਰੇਮ ਦਾ ਰੰਗ ਨਾ ਉਤਰੇ, ਉਹਨੂੰ ਕਹਿੰਦੇ ਅਸਲੀ ਇਸ਼ਕ। ਇਸ ਲਈ ਭਗਤ ਕਬੀਰ ਜੀ ਕਹਿੰਦੇ ਆ, ਇੱਕ ਪਲ ਉਤਰ ਗਿਆ, ਇੱਕ ਪਲ ਚੜ ਗਿਆ। ਤੁਸੀਂ ਦੇਖਿਆ ਨਾ, ਸੋਚ ਕੇ ਦੇਖੋ, ਜਿਹਨੂੰ ਤੁਸੀਂ ਪ੍ਰੇਮ ਕਹਿੰਦੇ ਹੋ, ਸਵੇਰੇ ਬੰਦਾ ਆਪਣੇ ਪਿਆਰੇ ਨੂੰ ਕਹੇਗਾ ਮੈਂ ਤੈਨੂੰ ਬਹੁਤ ਪਿਆਰ ਕਰਦਾ, ਰਹਿ ਨਹੀਂ ਸਕਦਾ। ਦੁਪਹਿਰ ਨੂੰ ਪਤਾ ਲੱਗ ਜਾਵੇ ਦੀ ਗੱਲ ਕਿਤੇ ਹੋਰ ਹੁੰਦੀ, ਸ਼ਾਮ ਨੂੰ ਮੈਂ ਤੇਰੀ ਸ਼ਕਲ ਨਹੀਂ ਦੇਖਣੀ, ਦੌੜ ਜਾ। ਬੜਾ ਵੀ ਖਤਰਨਾਕ ਪ੍ਰੇਮ ਸੀ। ਸਵੇਰੇ ਤਾਂ ਰਹਿ ਨਹੀਂ ਸਕਦਾ ਸੀ ਔਰ ਸ਼ਾਮ ਨੂੰ ਰਹਿਣਾ ਵੀ ਸਿੱਖ ਲਿਆ। ਇਹ 12 ਘੰਟਿਆਂ 'ਚ ਹੀ ਬਦਲ ਗਿਆ ਤੇਰਾ ਪ੍ਰੇਮ। ਇਹਨੂੰ ਪ੍ਰੇਮ ਕਹਿੰਦੇ ਆ ਅਸੀਂ। ਤਾਂ ਹੀ ਤਾਂ ਪ੍ਰੇਮ ਅੱਜ ਇਨਸਾਨ ਉਹਨੂੰ ਕਹਿੰਦਾ ਹੈ ਕਿ ਜਿਹੜਾ ਪਲ ਚੜ ਗਿਆ ਤਾਂ ਪਲ ਉਤਰ ਗਿਆ। ਸਮਝਦੇ ਹੋ ਕਿ ਨਹੀਂ? ਇਹ ਪ੍ਰੇਮ ਨਹੀਂ ਹੁੰਦਾ। ਪ੍ਰੇਮ ਤਾਂ ਇੱਕ ਵਾਰ ਹੁੰਦਾ ਹੈ ਤਾਂ ਫਿਰ ਇਨਸਾਨ ਦੀ ਬੋਟੀ ਕੱਢ ਦਿੱਤੀ ਜਾਵੇ, ਚਮੜੀ ਉਤਾਰ ਦਿੱਤੀ ਜਾਵੇ, ਗਰਦਨ ਉਤਾਰ ਦਿੱਤੀ ਜਾਵੇ, ਤਾਂ ਵੀ ਪ੍ਰੇਮ ਦਾ ਰੰਗ ਨਹੀਂ ਉਤਰਦਾ। ਬੰਦਾ ਕਹਿੰਦਾ ਰਹਿਣਾ ਉਹਦਾ ਹੀ ਹੈ, ਚਾਹੇ ਰੱਖ ਲਓ ਚਾਹੇ ਮਾਰ ਦਿਓ। ਇਹ ਇਸ਼ਕ ਨਹੀਂ ਡਰਦਾ ਮੌਤ ਕੋਲੋਂ, ਭਾਵੇਂ ਸੂਲੀ ਚੜਨਾ ਪੈ ਜਾਵੇ, ਚੜਾ ਦਿਓ ਮੈਨੂੰ ਸੂਲੀ। ਪਰ ਜਿਹੜਾ ਮੇਰੇ ਦਿਲ ਦੇ ਵਿੱਚ ਇਸ਼ਕ ਬੈਠ ਚੁੱਕਾ ਹੈ ਆਪਣੇ ਮੁਰਸ਼ਦ ਦਾ, ਆਪਣੇ ਮਾਲਿਕ ਦਾ, ਉਹ ਇਸ਼ਕ ਨੂੰ ਤੁਸੀਂ ਮੇਰੇ ਅੰਦਰੋਂ ਕੱਢ ਨਹੀਂ ਸਕਦੇ। ਤੁਸੀਂ ਮੇਰੀ ਰੂਹ ਨੂੰ ਮੇਰੇ ਜਿਸਮ ਤੋਂ ਜੁਦਾ ਕਰ ਸਕਦੇ ਹੋ, ਪਰ ਮੇਰੇ ਮੁਰਸ਼ਦ ਨੂੰ, ਮੇਰੇ ਮਹਿਬੂਬ ਨੂੰ ਮੇਰੇ ਦਿਲ ਤੋਂ ਜੁਦਾ ਨਹੀਂ ਕਰ ਸਕਦੇ।
ਤੇ ਰੂਹ ਨੂੰ ਜੁਦਾ ਕਰਨ ਵਾਸਤੇ ਕੀ ਹੈ? ਗੋਲੀ ਮਾਰ ਦਿਓ, ਹੋ ਗਈ ਜੁਦਾ। ਤੀਰ ਚਲਾ ਦਿਓ, ਲੱਗਿਆ ਤੀਰ, ਹੋ ਗਈ ਜੁਦਾ। ਰੂਹ ਨੂੰ ਜੁਦਾ ਕੀਤਾ ਜਾ ਸਕਦਾ ਹੈ, ਪਰ ਆਸ਼ਕਾਂ ਦੇ ਦਿਲ ਚੋਂ ਉਹਦੇ ਮਹਿਬੂਬ ਨੂੰ ਦੂਰ ਨਹੀਂ ਕੀਤਾ ਜਾ ਸਕਦਾ। ਉਹ ਜੀਂਦੇ ਵੀ ਉਹਦੀ ਇਸ਼ਕ ਦੇ ਵਿੱਚ ਹੈ, ਤਾਂ ਮਰਦੇ ਵੀ ਉਹਦੇ ਇਸ਼ਕ ਵਿੱਚ ਹੈ। ਹੁਣ ਆਪਣੇ ਦਿਲ ਤੇ ਹੱਥ ਰੱਖ ਕੇ ਚੈੱਕ ਕਰੋ ਕਿ ਸੱਚਾ ਇਸ਼ਕ ਹੈ ਜਾਂ ਉਤਰਨ ਚੜਨ ਵਾਲਾ ਹੀ ਹੈ? ਦੱਸ ਦਿਓ, ਜਰਾ ਜਵਾਬ ਦੇ ਦਿਓ। ਸੱਚਾ ਆ? ਪੱਕਾ ਰੰਗ ਹੈ? ਸੱਚੀ ਗੱਲ ਹੈ? ਕੋਈ ਨਹੀਂ, ਅਜਮਾਵਾਂਗੇ ਕਿਸੇ ਦਿਨ, ਫਿਕਰ ਨਾ ਕਰੋ। ਇਹ ਸਿਰਫ ਤੁਹਾਨੂੰ ਹਸਾਉਣ ਵਾਸਤੇ ਕਿਹਾ ਹੈ, ਕਿਉਂਕਿ ਅਜਮਾਇਆ ਉਹ ਜਾਂਦਾ ਜਿਹਨੂੰ ਸ਼ੰਕਾ ਹੋਵੇ, ਔਰ ਅਸੀਂ ਤਾਂ ਸ਼ੰਕਾ ਤੋਂ ਰਹਿਤ ਹੋ ਕੇ ਆਨੰਦ ਨਾਲ ਭਰਪੂਰ ਹੋ ਚੁੱਕੇ। ਤਾਂ ਵਿਸ਼ਵਾਸ ਹੀ ਵਿਸ਼ਵਾਸ ਹੈ। ਇਸ ਲਈ ਕੋਈ ਸਾਨੂੰ ਕਹੇ ਮਾਲਕੋ ਅਜਮਾ ਲਓ, ਅਸੀਂ ਕਿ ਅਸੀਂ ਅਜਮਾਣਾ? ਅਜਮਾਇਸ਼ ਤੋਂ ਬਹੁਤ ਉੱਪਰ ਜਾ ਚੁੱਕੇ ਹਾਂ। ਅਸੀਂ ਖੁਦ ਵਿਸ਼ਵਾਸ ਨਾਲ ਭਰੇ ਹਾਂ, ਇਸ ਲਈ ਤਾਂ ਤੁਹਾਨੂੰ ਵੀ ਵਿਸ਼ਵਾਸ ਨਾਲ ਭਰਦੇ ਹਾਂ। ਖੁਦ ਆਨੰਦ ਨਾਲ ਭਰੇ ਹਾਂ, ਇਸ ਲਈ ਤੁਹਾਨੂੰ ਵੀ ਆਨੰਦ ਨਾਲ ਭਰਦੇ ਹਾਂ। ਸਮਝਦੇ ਹੋ ਕਿ ਨਹੀਂ? ਚੈੱਕ ਤੁਸੀਂ ਕਰਨਾ ਹੈ ਕਿ ਤੁਹਾਡੇ ਅੰਦਰ ਚੜ੍ਹਨ ਉਤਰਨ ਵਾਲਾ ਪਿਆਰ ਹੈ। ਮੁਰਾਦ ਪੂਰੀ ਹੋ ਗਈ ਤਾਂ ਪਿਆਰ ਹੈ, ਨਹੀਂ ਪੂਰੀ ਹੋਈ ਤਾਂ ਬੇਕਾਰ ਹੈ। ਸਮਝਦੇ ਹੋ ਕਿ ਨਹੀਂ? ਪਰ ਜਿਹੜਾ ਵਾਕਈ ਦਿਲੋਂ ਹੋ ਜਾਂਦਾ ਹੈ ਮਾਲਿਕ ਦਾ, ਤਾਂ ਜਰਾ ਸੋਚੋ, ਸ਼ਾਹ ਮਨਸੂਰ ਦਿਲੋਂ ਹੋਇਆ ਸੀ, ਇਸ ਲਈ ਕੰਨ, ਨੱਕ, ਹੋਂਠ, ਹੱਥ ਪੈਰ ਕਟਵਾ ਲਏ ਇਹ, ਪਰ ਫਿਰ ਵੀ ਅੰਤਿਮ ਪਲਾਂ ਤੱਕ ਅੰਦਰੋਂ ਇਹਨਾਂ ਹੱਕ ਦੀ ਆਵਾਜ਼ ਆਉਂਦੀ ਰਹੀ ਕਿ ਤੂੰ ਹੀ ਹੱਕ ਹੈ। ਜਰਾ ਸਮਝੋ, ਇਹਨੂੰ ਕਹਿੰਦੇ ਇਸ਼ਕ। ਤਬਰੇਜ਼ ਨੇ ਚਮੜੀ ਲਹਾ ਲਈ, ਪਰ ਫਿਰ ਵੀ ਅੰਦਰੋਂ ਉਹ ਇਸ਼ਕ, ਉਹ ਮੁਹੱਬਤ, ਉਹ ਪ੍ਰੇਮ, ਉਹ ਸ਼ੁਕਰਾਨਾ ਹੀ ਕਰਦੇ ਰਹੇ ਆਪਣੇ ਮਾਲਿਕ ਦਾ ਕਿ ਹਰ ਦੁੱਖ ਝੱਲਿਆ ਉਹਨਾਂ ਆਸ਼ਕਾਂ ਨੇ, ਪਰ ਆਪਣੇ ਮਾਲਿਕ ਤੋਂ 1 ਇੰਚ ਵੀ ਦੂਰ ਨਹੀਂ ਹੋਏ, ਬਲਕਿ ਉਹਨਾਂ ਦਾ ਇਸ਼ਕ ਹੋਰ ਜ਼ਿਆਦਾ ਗੂੜਾ ਹੁੰਦਾ ਚਲਾ ਗਿਆ। ਉਹ ਤਕਲੀਫ ਝੱਲ ਕੇ ਹੋਰ ਜ਼ਿਆਦਾ ਆਪਣੇ ਮਾਲਿਕ ਦੇ ਨੇੜੇ ਹੁੰਦੇ ਚਲੇ ਗਏ। ਇਹਨੂੰ ਕਹਿੰਦੇ ਇਸ਼ਕ। ਕਿ ਆਟ ਪ੍ਰੇਮ ਪਿੰਜਰ ਵਸੇ ਇਸ਼ਕ ਕਹਾਵੇ, ਪ੍ਰੇਮ ਕਹਾਵੇ ਸੋਏ। ਕਿ ਪ੍ਰੇਮ ਤਾਂ ਉਹ ਜੋ ਪਿੰਜਰੇ ਵਿੱਚ ਵਸ ਜਾਵੇ, ਜਿੱਦਾਂ ਕਹਿੰਦਾ ਹੱਡੀਆਂ 'ਚ ਰਚ ਜਾਵੇ, ਉਹ ਹੈ ਇਸ਼ਕ। ਇਸ ਲਈ ਇਦਾਂ ਦੀ ਕੋਈ ਐਕਸਰੇ ਮਸ਼ੀਨ ਨਹੀਂ ਬਣੀ ਜਿਹੜੀ ਚੈੱਕ ਕਰਕੇ ਦੱਸ ਸਕੇਗੇ, ਦੇਖਿਓ ਡਾਕਟਰ ਸਾਹਿਬ ਹੱਡੀਆਂ ਦਾ ਐਕਸਰਾ ਲੈ ਕੇ ਇਸ਼ਕ ਹੈ ਕਿ ਨਹੀਂ ਅੰਦਰ। ਪਰ ਮੁਰਸ਼ਦ ਦੀ ਨਜ਼ਰ ਦੇਖ ਲੈਂਦੀ ਹੈ, ਕਿਉਂਕਿ ਮੁਰਸ਼ਦ ਦੀ ਨਜ਼ਰ ਉਹ ਸਕੈਨ ਦਾ ਉਹ ਕੰਮ ਕਰਦੀ ਹੈ, ਦੇਖ ਲੈਂਦੀ ਹੈ ਕਿ ਇਹਦੇ ਅੰਦਰ ਸੱਚਾ ਇਸ਼ਕ ਹੈ ਤਾਂ ਕਿਹੜਾ ਹਾਲੇ ਉੱਪਰ ਹੀ ਘੁੰਮਦਾ ਹੈ। ਜਿੱਦਾਂ ਕਹਿੰਦੇ ਨਾ, ਕਿਹੜੇ ਸਮੁੰਦਰ ਦੇ ਗਹਿਰਾਈ 'ਚ ਜਾਣ ਵਾਲੇ ਗੋਤਾਖੋਰ ਹੈ, ਔਰ ਕਿਹੜੇ ਉੱਪਰ ਹੀ ਆ ਗਏ, ਸਮੁੰਦਰ ਦੀ ਲਹਿਰ ਦੇਖ ਕੇ ਦੌੜ ਕੇ ਬਾਹਰ ਆ ਗਏ। ਇਹਦਾ ਮਤਲਬ ਇਹ ਕੱਚੇ ਖਿਲਾੜੀ ਹੈ, ਸਮੁੰਦਰ ਦੀਆਂ ਲਹਿਰਾਂ ਨੂੰ ਦੇਖ ਕੇ ਬਾਹਰ ਆ ਜਾਂਦੇ। ਤਾਂ ਜਿਹੜੇ ਪੱਕੇ ਗੋਤਾਖੋਰ ਹੁੰਦੇ, ਉਹ ਲਹਿਰਾਂ ਦੀ ਪਰਵਾਹ ਨਹੀਂ ਕਰਦੇ, ਉਹ ਤਾਂ ਗਹਿਰਾਈ ਤੱਕ ਜਾਂਦੇ। ਸਮਝ ਆ ਗਈ ਸਾਡੀ ਗੱਲ? ਪਰ ਯਾਦ ਰੱਖੋ, ਜਿਹੜਾ ਗਹਿਰਾਈ ਤੱਕ ਜਾਂਦਾ ਮੋਤੀ ਵੀ ਉਹਨੂੰ ਹੀ ਮਿਲਦੇ ਹੈ। ਇਸ ਲਈ ਕੋਈ ਮੁਸ਼ਕਿਲ ਦੀ ਲਹਿਰ ਆਉਂਦੀ ਦਿਸੇ ਤਾਂ ਡਰ ਕੇ ਪਿੱਛੇ ਨਾ ਹੋਵੋ, ਬਲਕਿ ਪੂਰੀ ਸ਼ਾਨ ਨਾਲ, ਜੋਸ਼ ਨਾਲ ਅੱਗੇ ਆ ਜਾਓ ਕਿ ਦੇਖਦੇ ਹਾਂ ਇਹ ਦੁੱਖਾਂ ਦੀ ਲਹਿਰ 'ਚ ਜ਼ਿਆਦਾ ਤਾਕਤ ਹੈ ਜਾਂ ਬਚਾਉਣ ਵਾਲੇ ਮੇਰੇ ਮਾਲਿਕ 'ਚ। ਲਹਿਰ ਆਏਗੀ, ਤੁਹਾਡੇ ਨਾਲ ਟਕਰਾਏਗੀ, ਚੂਰ ਚੂਰ ਹੋ ਜਾਏਗੀ, ਕਿਉਂਕਿ ਆਸ਼ਕਾਂ ਦੇ ਕਦਮਾਂ ਨੂੰ ਹਿਲਾ ਸਕੇ ਇਦਾਂ ਦੀ ਕੋਈ ਲਹਿਰ ਨਹੀਂ ਬਣੀ, ਇਦਾਂ ਦਾ ਕੋਈ ਤੂਫਾਨ ਨਹੀਂ ਬਣਿਆ। ਜਿਹੜੇ ਸੱਚੇ ਆਸ਼ਿਕ ਹੈ, ਜਿੱਦਾਂ ਦੱਸਿਆ, ਚਮੜੀ ਲਹਾ ਲਈ ਪਰ ਕਦਮ ਨਹੀਂ ਹਿੱਲੇ, ਕਦਮ ਨਹੀਂ ਡਗਮਗਾਏ। ਸਮਝਦੇ ਹੋ ਕਿ ਨਹੀਂ? ਬੰਦ ਕਟਾ ਲਏ ਗੁਰੂ ਦੇ ਪਿਆਰਿਆਂ ਨੇ, ਪਰ ਕਦਮ ਨਹੀਂ ਡਗਮਗਾਏ। ਇਹਨੂੰ ਕਹਿੰਦੇ ਸੱਚੇ ਆਸ਼ਿਕ, ਸੱਚੇ ਪ੍ਰੇਮੀ। ਇਦਾਂ ਦਾ ਸਾਡੇ ਅੰਦਰ ਇਸ਼ਕ ਹੋਣਾ ਚਾਹੀਦਾ ਹੈ, ਇਦਾਂ ਦੀ ਮੁਹੱਬਤ ਹੋਣੀ ਚਾਹੀਦੀ ਹੈ। ਔਰ ਜਦੋਂ ਐਸੀ ਮੁਹੱਬਤ ਹੋਵੇ ਤਾਂ ਫਿਰ ਕਿਉਂ ਪਰੇਸ਼ਾਨੀਆਂ ਤੋਂ ਡਰ ਜਾਈਏ? ਇਸ ਲਈ ਫਿਰ ਇੱਕ ਵਾਰ ਕਵਾਂਗੇ, ਅਗਰ ਤੁਸੀਂ ਦੁੱਖਾਂ ਪਰੇਸ਼ਾਨੀਆਂ ਨੂੰ ਦੇਖ ਕੇ ਡਰ ਜਾਂਦੇ ਹੋ ਤਾਂ ਤੁਸੀਂ ਆਪਣੇ ਅੰਦਰ ਬੈਠੇ ਆਪਣੇ ਮਾਲਿਕ ਦਾ ਕੀ ਕਰਦੇ ਹੋ? ਅਪਮਾਨ। ਕਿ ਐਡਾ ਵੱਡਾ ਮਾਲਿਕ, ਐਡੀ ਵੱਡੀ ਸ਼ਕਤੀ ਤੁਹਾਡੇ ਅੰਦਰ ਹੋਵੇ ਤਾਂ ਤੁਸੀਂ ਬਾਹਰਲੀਆਂ ਤਕਲੀਫਾਂ ਤੋਂ ਡਰੀ ਜਾਓ, ਤੁਸੀਂ ਦੁੱਖਾਂ ਤੋਂ ਡਰੀ ਜਾਓ। ਤੁਹਾਨੂੰ ਤਾਂ ਹੋਣਾ ਚਾਹੀਦਾ, ਆ ਦੁੱਖ ਮੇਰੀ ਤਰਫ, ਆ ਤਕਲੀਫ ਮੇਰੀ ਤਰਫ, ਤੈਨੂੰ ਨਹੀਂ ਪਤਾ ਮੇਰੇ ਅੰਦਰ ਕੌਣ ਬੈਠਾ ਹੈ। ਤੂੰ ਆਏਗੀ, ਦੇਖ ਕੇ ਆਪ ਹੀ ਡਰ ਜਾਏਗੀ, ਕਿਉਂਕਿ ਮੇਰਾ ਮਾਲਿਕ ਮੇਰੇ ਅੰਦਰ ਹੈ, ਮੇਰੇ ਮਾਲਿਕ ਦੀ ਰਹਿਮਤ ਮੇਰੇ ਅੰਦਰ ਹੈ। ਮਜ਼ਾ ਤਾਂ ਇਹੀ ਹੈ ਨਾ, ਦੁੱਖਾਂ ਨੂੰ ਦੇਖ ਕੇ ਅਸੀਂ ਨਾ ਡਰੀਏ, ਸਾਡਾ ਪ੍ਰੇਮ, ਸਾਡਾ ਵਿਸ਼ਵਾਸ ਇੰਨਾ ਹੋਵੇ, ਮਾਲਿਕ ਦੀ ਰਹਿਮਤ ਤੇ ਯਕੀਨ ਇੰਨਾ ਹੋਵੇ ਕਿ ਦੁੱਖ ਸਾਨੂੰ ਦੇਖ ਕੇ ਡਰ ਜਾਣ। ਸਮਝਦੇ ਹੋ ਕਿ ਨਹੀਂ? ਕਹਿੰਦੇ ਨਾ, ਸੁੱਖਾਂ ਤੈਨੂੰ ਲੱਭਣਾ ਹੈ ਭਾਲ ਕਰਕੇ, ਸੁੱਖਾਂ ਤੈਨੂੰ ਲੱਭਣਾ ਹੈ ਭਾਲ ਕਰਕੇ, ਦੇਖ ਤਾਂ ਸਹੀ ਗੌਸ ਦਾ ਖਿਆਲ ਕਰਕੇ। ਕਹਿੰਦੇ ਗੌਸ ਦਾ ਖਿਆਲ ਤਾਂ ਕਰਕੇ ਦੇਖ, ਸੁੱਖ ਤਾਂ ਆਪ ਲੱਭਦੇ ਲੱਭਦੇ ਤੇਰੇ ਘਰ ਆਣਗੇ, ਤੈਨੂੰ ਲੱਭਣ ਦੀ ਲੋੜ ਨਹੀਂ ਪਏਗੀ। ਸਮਝਦੇ ਹੋ ਕਿ ਨਹੀਂ? ਖੁਸ਼ੀਆਂ ਤੁਹਾਡੇ ਘਰ ਆਣਗੀਆਂ ਜਦੋਂ ਅਸੀਂ ਹਜ਼ੂਰ ਦਾ ਖਿਆਲ ਕਰਾਂਗੇ ਜਾਂ ਹਜ਼ੂਰ ਦੀ ਖੁਸ਼ੀ ਦੀ ਨਿਆਜ਼ ਦੇਵਾਂਗੇ, ਤਾਂ ਸਾਡੇ ਤੱਕ ਖੁਸ਼ੀਆਂ ਆਪ ਚੱਲ ਕੇ ਆਣਗੀਆਂ, ਸਾਨੂੰ ਜਾਣ ਦੀ ਲੋੜ ਨਹੀਂ ਪਏਗੀ, ਕਿਉਂਕਿ ਰਹਿਮਤਾਂ ਆਪ ਲੱਭਦੀਆਂ ਸਾਡੇ ਤੱਕ ਆ ਜਾਂਦੀਆਂ ਜਦੋਂ ਸਾਡੇ ਅੰਦਰ ਪ੍ਰੇਮ ਸੱਚਾ ਹੋਵੇ, ਵਿਸ਼ਵਾਸ ਸੱਚਾ ਹੋਵੇ।
ਇਸ ਲਈ ਅੱਜ ਤੋਂ ਵਚਨ ਕਰੋ ਆਪਣੇ ਆਪ ਨਾਲ, ਮੈਂ ਕਿਸੇ ਪਰੇਸ਼ਾਨੀ ਨੂੰ ਦੇਖ ਕੇ, ਕਿਸੇ ਦੁੱਖ ਨੂੰ ਦੇਖ ਕੇ, ਕਿਸੇ ਹਾਲਾਤ ਨੂੰ ਦੇਖ ਕੇ ਨਿਰਾਸ਼ ਨਹੀਂ ਹੋਣਾ, ਡਰਨਾ ਨਹੀਂ ਹੈ। ਜਦ ਵੀ ਮੇਰੇ ਸਾਹਮਣੇ ਕੋਈ ਮਾੜਾ ਹਾਲਾਤ ਆਵੇ ਤਾਂ ਮੈਂ ਆਪਣੇ ਦਿਲ ਤੇ ਹੱਥ ਰੱਖ ਕੇ ਕੀ ਕਹਿਣਾ ਹੈ ਕਿ ਦੈਟ ਪਾਵਰਫੁਲ ਗॉड ਇਜ਼ ਮਾਈ, ਕਿ ਉਹ ਸ਼ਕਤੀਸ਼ਾਲੀ ਪਰਮਾਤਮਾ, ਉਹ ਸ਼ਕਤੀਸ਼ਾਲੀ ਈਸ਼ਵਰ, ਉਹ ਸ਼ਕਤੀਸ਼ਾਲੀ ਮਾਲਿਕ ਮੇਰਾ ਪਿਤਾ ਹੈ। ਮੈਂ ਉਹਦਾ ਬੱਚਾ ਹਾਂ ਔਰ ਆਪਣੇ ਸ਼ਕਤੀਸ਼ਾਲੀ ਪਿਤਾ ਦਾ ਬੱਚਾ ਹੋ ਕੇ ਮੈਂ ਕਿਸੇ ਹਾਲਾਤ ਤੋਂ ਨਹੀਂ ਡਰਨਾ, ਕਿਉਂਕਿ ਹਰ ਹਾਲਾਤ ਨੂੰ, ਹਰ ਬਿਮਾਰੀ ਨੂੰ, ਹਰ ਮੁਸ਼ਕਿਲ ਨੂੰ ਹਰਾਉਣ ਦੀ ਤਾਕਤ ਮੇਰੇ ਅੰਦਰ ਹੈ, ਕਿਉਂਕਿ ਮੈਂ ਉਹ ਸ਼ਕਤੀਸ਼ਾਲੀ ਮਾਲਕ ਦਾ ਬੱਚਾ ਹਾਂ। That powerful God is my father, ਉਹ ਸ਼ਕਤੀਸ਼ਾਲੀ ਪਰਮਾਤਮਾ ਮਾਲਿਕ ਮੇਰਾ ਪਿਤਾ ਹੈ। ਹਰ ਪਰੇਸ਼ਾਨੀ ਨੂੰ ਹਰਾਉਣ ਦੀ ਤਾਕਤ ਮੇਰੇ ਅੰਦਰ ਮੌਜੂਦ ਹੈ। ਪਰ ਇਹ ਕਦੋਂ ਹੋਏਗਾ? ਇਹ ਉਦੋਂ ਹੀ ਹੋਏਗਾ ਜਦੋਂ ਉੱਤੇ ਵਿਸ਼ਵਾਸ ਕਰੋਗੇ। ਹੁਣ ਇੱਥੇ ਇੱਕ ਸਵਾਲ ਦਾ ਜਵਾਬ ਦੇਣਾ, ਸਾਨੂੰ ਸਵਾਲ ਦਾ ਜਵਾਬ ਦੇਣਾ ਕਿ ਸਮਝ ਲਓ ਇੱਕ ਬਹੁਤ ਬੜਾ ਅਮੀਰ ਆਦਮੀ ਸੇਠ ਹੈ ਔਰ ਉਹਦੇ ਦਰ ਤੇ ਇੱਕ ਭਿਖਾਰੀ ਗਿਆ ਹੈ। ਉਹਦੇ ਦਰ ਤੇ ਇੱਕ ਭਿਖਾਰੀ ਜਾਂਦਾ ਹੈ। ਹੁਣ ਭਿਖਾਰੀ ਜਦੋਂ ਭੀਖ ਮੰਗਦਾ ਹੈ ਤਾਂ ਉਹਨੂੰ ਕੀ ਮਿਲੇਗਾ? ਭੀਖ ਹੀ ਮਿਲੇਗੀ। ਸਮਝਦੇ ਹੋ ਕਿ ਨਹੀਂ? ਇੱਕ ਅਮੀਰ ਧਨੀ ਆਦਮੀ ਦੇ ਘਰ ਅਗਰ ਇੱਕ ਭਿਖਾਰੀ ਜਾ ਕੇ ਭੀਖ ਮੰਗਦਾ ਹੈ ਤਾਂ ਉਹਨੂੰ ਸਿਰਫ ਭੀਖ ਮਿਲੇਗੀ। ਪਰ ਉਸ ਅਮੀਰ ਆਦਮੀ ਦਾ ਬੇਟਾ ਜੋ ਚਾਹੇ ਆਪਣੇ ਬਾਪ ਤੋਂ ਮੰਗ ਲਵੇ, ਉਹਨੂੰ ਉਹ ਸਭ ਕੁਝ ਮਿਲੇਗਾ। ਸਮਝਦੇ ਹੋ ਕਿ ਨਹੀਂ? ਪੁਆਇੰਟ ਨੂੰ ਸਮਝਣਾ ਜ਼ਰਾ, ਕਿ ਭਿਖਾਰੀ ਮੰਗੇਗਾ ਤਾਂ ਉਹਨੂੰ ਕੀ ਮਿਲੇਗਾ? ਸਿਰਫ ਭੀਖ ਹੀ ਮਿਲਣੀ ਹੈ। ਜਿੰਨਾ ਮੰਗਿਆ, ਇੱਕ ਰੋਟੀ ਦੇ ਦਿਓ, ਉਹਨੂੰ ਇੱਕ ਰੋਟੀ ਮਿਲਣੀ ਹੈ। ਤਾਂ ਜੇ ਭਿਖਾਰੀ ਕਵੇ ਸੇਠ ਜੀ ਕੋਠੀ ਮੇਰੇ ਨਾਲ ਲਵਾ ਦਿਓ, ਜਾਂ ਆਹ ਕਾਰ ਖੜੀ ਮੈਨੂੰ ਦੇ ਦਿਓ, ਜਾਂ ਮੈਨੂੰ 10 ਲੱਖ ਰੁਪਇਆ ਦੇ ਦਿਓ, ਸੇਠ ਦੇ ਦੇਗਾ? ਸੇਠ ਨੇ ਕਹਿਣਾ ਭਿਖਾਰੀ ਆਪਣੀ ਔਕਾਤ 'ਚ ਰਹਿ, ਭਿਖਾਰੀ ਬਣ ਕੇ ਆਇਆ ਤਾਂ ਭੀਖ ਲੈ ਕੇ ਤੁਰਦਾ ਹੋ। ਪਰ ਜੇ ਹੁਣ ਉਹਦਾ ਬੇਟਾ ਕਵੇ ਪਿਤਾ ਜੀ ਮੈਨੂੰ ਆ ਗੱਡੀ ਚਾਹੀਦੀ ਹੈ, ਬਾਪ ਦੇਗਾ ਕਿ ਨਹੀਂ? ਕਹਿਣਾ ਬੇਟਾ ਤੇਰਾ ਹੀ ਤਾਂ ਹੈ ਸਭ ਕੁਝ, ਕੋਠੀ ਨਾਮ ਲਵਾ ਲਾ, ਗੱਡੀ ਲੈ ਲਾ, ਕਿਉਂਕਿ ਇੱਕੋ ਤਾਂ ਮੇਰਾ ਬੇਟਾ ਹੈ, ਲੈ ਲਾ, ਸਭ ਕੁਝ ਲੈ ਲਾ। ਇਸ ਲਈ ਇੱਕ ਭਿਖਾਰੀ ਅਗਰ ਅਮੀਰ ਆਦਮੀ ਦੇ ਘਰ ਜਾ ਕੇ ਭੀਖ ਮੰਗੇਗਾ ਤਾਂ ਉਹਨੂੰ ਸਿਰਫ ਭੀਖ ਮਿਲੇਗੀ। ਪਰ ਉਸ ਅਮੀਰ ਆਦਮੀ ਦਾ ਬੇਟਾ ਆਪਣੇ ਬਾਪ ਤੋਂ ਪ੍ਰੇਮ ਨਾਲ ਜੋ ਚਾਹੇ ਉਹ ਮੰਗ ਸਕਦਾ ਹੈ ਔਰ ਉਹਨੂੰ ਹਾਸਿਲ ਵੀ ਕਰ ਸਕਦਾ ਹੈ। ਇਸ ਲਈ ਤੁਸੀਂ ਵੀ ਇੱਕ ਗੱਲ ਯਾਦ ਰੱਖੋ, ਇਹ ਭਿਖਾਰੀਆਂ ਵਾਲਾ ਬਿਹੇਵੀਅਰ ਕਰਨਾ ਬੰਦ ਕਰੋ, ਇਹ ਭਿਖਾਰੀ ਬਣਨਾ ਬੰਦ ਕਰੋ ਔਰ ਪਹਿਚਾਨੋ ਕਿ ਤੁਸੀਂ ਉਸ ਪਰਮ ਪਿਤਾ ਪਰਮਾਤਮਾ ਦੀ ਸੰਤਾਨ ਹੋ ਔਰ ਉਹ ਪਰਮ ਪਿਤਾ ਪਰਮਾਤਮਾ ਦੀ ਸ਼ਕਤੀ ਤੁਹਾਡੇ ਅੰਦਰ ਹੈ। ਉਹ ਪਰਮਾਤਮਾ ਤੁਹਾਡਾ ਪਿਤਾ ਤੁਹਾਡੇ ਅੰਦਰ ਹੈ। ਬਸ ਲੋੜ ਹੈ ਉਹਨੂੰ ਜਾਣਨ ਦੀ, ਉਹਨੂੰ ਸਮਝਣ ਦੀ। ਜਦੋਂ ਤੁਸੀਂ ਆਪਣੇ ਅੰਦਰ ਬੈਠੇ ਪਿਤਾ ਦੀ ਸ਼ਕਤੀ ਨੂੰ ਜਾਣ ਲਿਆ, ਉਹਨੂੰ ਸਮਝ ਲਿਆ, ਤਾਂ ਫਿਰ ਤੁਸੀਂ ਜੋ ਚਾਹੋ ਉਹ ਪ੍ਰਾਪਤ ਸਕਦੇ ਹੋ, ਹਾਸਿਲ ਕਰ ਸਕਦੇ ਹੋ। ਸਮਝਣਾ ਤਾਂ ਸਮਝ ਆਇਆ ਜੋ ਪੁਆਇੰਟ ਦੱਸਿਆ? ਜੇ ਭਿਖਾਰੀਆਂ ਦੀ ਤਰ੍ਹਾਂ, ਮੈਂ ਤੇਰੇ ਦਰ ਦਾ ਭਿਖਾਰੀ, ਰੱਬ ਨਾਲ ਲੈ ਭੀਖ ਨਿਕਲ ਇੱਥੋਂ, ਉਹ ਮੈਂ ਤੇਰਾ ਪਿਤਾ, ਤੂੰ ਭਿਖਾਰੀ ਸਮਝ ਕੇ ਬੈਠਾ ਆਪਣੇ ਆਪ ਨੂੰ। ਆਪਣੇ ਪਿਤਾ ਨੂੰ ਪਹਿਚਾਨ ਕਿ ਮੈਂ ਤੇਰੇ ਅੰਦਰ ਬੈਠਾ ਹਾਂ, ਮੈਂ ਸ਼ਕਤੀਸ਼ਾਲੀ ਪਿਤਾ ਤੇਰੇ ਅੰਦਰ ਬੈਠਾ ਹਾਂ। ਹੁਣ ਜਿਹੜਾ ਮੁਰਸ਼ਿਦ ਦੇ ਕੋਲੋਂ ਯੁਕਤੀ ਲੈ ਕੇ, ਗੁਰੂ ਦੇ ਕੋਲੋਂ ਯੁਕਤੀ ਲੈ ਕੇ ਆਪਣੇ ਅੰਦਰ ਬੈਠੇ ਹੋ ਸ਼ਕਤੀਸ਼ਾਲੀ ਆਪਣੇ ਪਿਤਾ ਨੂੰ ਜਾਣ ਲੈਂਦਾ ਹੈ, ਉਹਦੀ ਤਾਕਤ ਨੂੰ ਪਹਿਚਾਨ ਲੈਂਦਾ ਹੈ, ਉਹਦੇ ਨਾਲ ਮੁਲਾਕਾਤ ਕਰ ਲੈਂਦਾ ਹੈ, ਫਿਰ ਉਹ ਬੇਟੇ ਦੀ ਤਰ੍ਹਾਂ ਜੋ ਚਾਹੇ ਆਪਣੇ ਬਾਪ ਤੋਂ ਮੰਗ ਵੀ ਸਕਦਾ ਹੈ ਔਰ ਹਾਸਿਲ ਵੀ ਕਰ ਸਕਦਾ ਹੈ। ਫਿਰ ਉਹਨੂੰ ਭੀਖ ਮੰਗਣ ਦੀ ਲੋੜ ਨਹੀਂ ਹੈ। ਪਰ ਬੰਦਾ ਕੀ ਕਹੇਗਾ? ਮੈਂ ਤਾਂ ਤੇਰੇ ਦਰ ਦਾ ਭਿਖਾਰੀ ਹਾਂ। ਭਿਖਾਰੀ ਬਣ ਕੇ ਬੈਠੇ ਰਹੋ, ਮੰਗਦੇ ਰਹੋ ਫਿਰ ਸਾਰੀ ਜ਼ਿੰਦਗੀ, ਕਿਉਂਕਿ ਭਿਖਾਰੀ ਦਾ ਕੰਮ ਕੀ ਹੁੰਦਾ ਹੈ? ਤਾਂ ਹੀ ਤਾਂ ਅਸੀਂ ਕਿਹਾ ਹੈ ਇਹ ਇਸ਼ਕ ਦਾ ਪੈਂਡਾ ਹੈ ਔਖਾ, ਇੱਥੇ ਕੰਮ ਨਾ ਕੋਈ ਵਪਾਰੀਆਂ ਦਾ। ਬੋਲੋ ਸਮਝਦੇ ਹੋ ਕਿ ਨਹੀਂ? ਉਹੀ ਰੱਬ ਦੀ ਮੰਜ਼ਿਲ ਪਾ ਸਕਦੇ ਹੋਵੇ ਜਿਗਰਾ ਜਿਵੇਂ ਜੁਆਰੀਆਂ ਦਾ। ਇਹ ਇਸ਼ਕ ਦਾ ਪੈਂਡਾ ਹੈ ਤੇ ਜਿਗਰਾ ਕਰਨਾ ਪੈਂਦਾ ਹੈ। ਜਿੱਦਾਂ ਜੁਆਰੀ ਸਭ ਕੁਝ ਦਾਅ ਤੇ ਲਾ ਦਿੰਦਾ ਹੈ, ਪਤਾ ਨਹੀਂ ਅੱਗੇ ਮਿਲਣਾ ਜਾਂ ਨਹੀਂ ਮਿਲਣਾ, ਵਿਸ਼ਵਾਸ ਨਾਲ ਦਾਅ ਤੇ ਲਾਂਦਾ ਹੈ ਤਾਂ ਕਈ ਵਾਰਾਂ ਦਾਅ ਤੇ ਲੱਗਾ ਦੁੱਗਣਾ ਹੋ ਕੇ ਆਂਦਾ, ਤਾਂ ਕਈ ਵਾਰ ਜੋ ਲੱਗਾ ਹੈ ਉਹ ਵੀ ਚਲਾ ਜਾਂਦਾ ਹੈ। ਪਰ ਦੁਨੀਆ ਦੇ ਦਾਅ ਤੇ ਲਾਵਾਂਗੇ ਤਾਂ ਉੱਥੇ ਘਾਟੇ ਹੀ ਘਾਟੇ ਹੈ। ਜੇ ਮਾਲਿਕ ਦੇ ਦਾਅ ਤੇ ਲਾਵਾਂਗੇ ਤਾਂ ਉੱਥੇ ਵਾਧੇ ਹੀ ਵਾਧੇ, ਉੱਥੇ ਘਾਟਾ ਕਦੀ ਹੋ ਹੀ ਨਹੀਂ ਸਕਦਾ। ਇਸ ਲਈ ਇਹ ਦੇਖੋ ਇਹ ਦਾਅ ਕਿੱਥੇ ਲਾ ਰਹੇ ਆ? ਦੁਨੀਆ ਤੇ ਦਾਅ ਲਾ ਰਹੇ ਆ ਜਾਂ ਆਪਣੇ ਮਾਲਿਕ ਤੇ ਦਾਅ ਲਾ ਰਹੇ ਆ? ਕਿਉਂਕਿ ਦਾਅ ਸਹੀ ਜਗ੍ਹਾ ਲੱਗਣਾ ਚਾਹੀਦਾ ਹੈ, ਫਿਰ ਵਾਧੇ ਹੁੰਦੇ ਐ, ਫਿਰ ਬਰਕਤਾਂ ਆਉਂਦੀਆਂ, ਫਿਰ ਖੁਸ਼ੀਆਂ ਆਉਂਦੀਆਂ, ਫਿਰ ਤਰੱਕੀ ਹੁੰਦੀ ਹੈ। ਤਾਂ ਜੇ ਦਾਈ ਜੁਆਰੀ ਗਲਤ ਜਗ੍ਹਾ ਲਾ ਦੇਵੇ ਤਾਂ ਫਿਰ ਤਾਂ ਜੋ ਪੱਲੇ ਉਹ ਵੀ ਗਵਾ ਕੇ ਜਾਂਦਾ ਹੈ। ਇਸ ਲਈ ਗਵਾਣਾ ਹੈ ਜਾਂ ਪਾਣਾ ਹੈ, ਇਹ ਬੰਦੇ ਤੇ ਨਿਰਭਰ ਹੈ ਕਿ ਮੈਂ ਦਾਅ ਤੇ ਕਿੱਥੇ ਲਾ ਰਿਹਾ ਹਾਂ। ਯਾਨੀ
ਆਪਣੇ ਵਿਸ਼ਵਾਸ ਨੂੰ ਮੈਂ ਦੁਨੀਆ ਵਾਲੇ ਪਾਸੇ ਲਾਂਦਾ ਆ, ਸੰਸਾਰ ਵਾਲੇ ਪਾਸੇ ਲਾਂਦਾ ਆ। ਕਿਉਂਕਿ ਸੰਸਾਰ ਵਾਲੇ ਪਾਸੇ ਕਹਿਣ ਦਾ ਮਤਲਬ ਕੀ ਕਿ ਕਈ ਵਾਰ ਬੰਦਾ ਦੁਨੀਆ ਦੀਆਂ ਗੱਲਾਂ ਤੇ ਬੜੀ ਜਲਦੀ ਯਕੀਨ ਕਰ ਲੈਂਦਾ ਹੈ, ਦੁਨੀਆ ਦੀਆਂ ਗੱਲਾਂ ਤੇ ਬੜੀ ਜਲਦੀ ਭਰੋਸਾ ਕਰ ਲੈਂਦਾ ਹੈ। ਆ ਦੁਨੀਆ ਦਾ ਕੋਈ ਬੰਦਾ ਕੁਛ ਉਹਨੂੰ ਕਹਿ ਦੇ ਬੜੀ ਜਲਦੀ ਮੰਨ ਲੈਂਦਾ ਹੈ। ਤਾਂ ਮੁਰਸ਼ਦ, ਗੁਰੂ, ਰਹਿਬਰ, ਫਕੀਰ ਇੰਨਾ ਉਹਨੂੰ ਸਮਝਾਉਂਦੇ ਆ, ਫਿਰ ਵੀ ਉਹ ਤੇ ਵਿਸ਼ਵਾਸ ਨਹੀਂ ਕਰਦਾ। ਜਿੱਦਾਂ ਫਰਜ਼ ਕਰੋ ਇੱਕ ਆਦਮੀ ਆਵੇ, ਔਰਤ ਔਰ ਆਦਮੀ ਆਵੇ, 12 ਸਾਲ ਤੋਂ ਔਲਾਦ ਨਹੀਂ ਹੈ, ਫਕੀਰ ਉਹਦੀ ਝੋਲੀ ਫਲ ਪਾਉਂਦੇ ਕਿ ਜਾਓ ਬੱਚਾ ਹੋਏਗਾ, ਫਲ ਲੈ ਕੇ ਚਲੇ ਗਏ। ਹੁਣ ਵਿਸ਼ਵਾਸ ਹੋਣਾ ਚਾਹੀਦਾ, ਫਕੀਰਾਂ ਨੇ ਵਚਨ ਕਰ ਦਿੱਤਾ ਤਾਂ ਪੂਰਾ ਵੀ ਜ਼ਰੂਰ ਹੋਣਾ ਹੋਏਗਾ। ਪਰ ਬੰਦਾ ਕੀ ਕਹਿੰਦਾ ਹੈ ਅਗਲੀ ਵਾਰ ਨੂੰ ਆ ਕੇ, ਉਹ ਜੀ ਫਲਾਨੀ ਭੂਆ ਕਹਿੰਦੀ ਸੀ ਤੇਰੇ ਨਹੀਂ ਔਲਾਦ ਹੋਣੀ, ਉਹ ਫਲਾਨਾ ਰਿਸ਼ਤੇਦਾਰ ਕਹਿੰਦਾ ਤੂੰ ਨਹੀਂ ਮਾਂ ਬਣਨਾ। ਮਾਲਕੋ ਮੈਂ ਤਾਂ ਪਰੇਸ਼ਾਨ ਹੋ ਗਈ। ਅੱਛਾ ਕਰੀਓ ਯਕੀਨ ਫੇ ਭੂਆ ਫੁੱਫੜ ਦੀ ਗੱਲ ਤੇ, ਕਰੀਓ ਯਕੀਨ ਫੇ ਆਂਡੀਆਂ ਗੁਆਂਢੀਆਂ ਦੀ ਗੱਲ ਤੇ। ਤੁਹਾਨੂੰ ਤਾਂ ਕਹਿਣਾ ਚਾਹੀਦਾ ਇੱਕ ਬੰਦਾ ਕੀ ਪੂਰੀ ਦੁਨੀਆ ਵੀ ਕਵੇ ਨਹੀਂ ਹੋਣਾ, ਤਾਂ ਜੇ ਮੇਰੇ ਇੱਕ ਮਾਲਿਕ ਨੇ ਵਚਨ ਕਰ ਦਿੱਤਾ ਹੈ ਤਾਂ ਮੈਨੂੰ ਯਕੀਨ ਹੈ ਮੇਰੀ ਝੋਲੀ ਰਹਿਮਤਾਂ ਨਾਲ ਜ਼ਰੂਰ ਭਰੇਗੀ। ਇਹਨੂੰ ਕਹਿੰਦੇ ਵਿਸ਼ਵਾਸ। ਦਾ ਸਹੀ ਲਾਵਾਂਗੇ, ਵਿਸ਼ਵਾਸ ਸਹੀ ਜਗ੍ਹਾ ਰੱਖਾਂਗੇ ਤਾਂ ਖੁਸ਼ੀਆਂ ਆਣਗੀਆਂ, ਤਾਂ ਵਿਸ਼ਵਾਸ ਗਲਤ ਜਗ੍ਹਾ ਰੱਖਾਂਗੇ ਤਾਂ ਫਿਰ ਦੁੱਖ ਹੀ ਆਣਗੇ। ਹੁਣ ਤੁਸੀਂ ਚੈੱਕ ਕਰੋ, ਤੁਸੀਂ ਵਿਸ਼ਵਾਸ ਦੁਨੀਆ ਦੀਆਂ ਗੱਲਾਂ ਤੇ ਕਰਦੇ ਹੋ, ਸੰਸਾਰ ਦੀਆਂ ਗੱਲਾਂ ਤੇ ਕਰਦੇ ਹੋ, ਜਾਂ ਤੁਸੀਂ ਵਿਸ਼ਵਾਸ ਕਰਦੇ ਹੋ ਆਪਣੇ ਮਾਲਿਕ ਦੇ ਵਚਨਾਂ ਤੇ। ਤਾਂ ਹੀ ਕਹਿੰਦੇ ਲਫ਼ਜ਼ੇ ਮੁਰਸ਼ਦ ਹੀਰੇ ਹੈ, ਮਤ ਇਨੇ ਉਛਾਲ ਕੇ ਚੱਲ, ਯਹੀ ਬਦਲेंगे ਤਕਦੀਰ ਤੇਰੀ, ਬਸ ਤੂੰ ਇਨੇ ਸੰਭਾਲ ਕੇ ਚੱਲ। ਮੁਰਸ਼ਦ ਦੇ ਵਚਨਾਂ ਨੂੰ ਸੰਭਾਲ ਕੇ ਚੱਲਣਾ ਆ, ਦੁਨੀਆ ਦੀ ਗੱਲਾਂ ਤੇ ਯਕੀਨ ਨਹੀਂ ਕਰਨਾ। ਮੁਰਸ਼ਦ ਦੇ ਹੀਰੇ ਰੂਪੀ ਜੋ ਵਚਨ ਹੈ ਉਹਨਾਂ ਤੇ ਯਕੀਨ ਕਰਨਾ ਹੈ। ਕਿਉਂਕਿ ਕਈ ਵਾਰ ਦੇਖਿਆ ਬੰਦਾ ਉਹਨਾਂ ਦੀਆਂ ਗੱਲਾਂ ਤੇ ਜਲਦੀ ਯਕੀਨ ਕਰ ਲੈਂਦਾ ਹੈ ਜਿਹੜੇ ਵਹਿਮਾਂ ਭਰਮਾਂ ਚ ਪਾਉਣ ਵਾਲੇ ਹੈ, ਜਿਹੜੇ ਸ਼ਰਾਬੀ ਕਬਾਬੀ ਹੈ, ਨਸ਼ੇ ਕਰਨ ਵਾਲੇ ਹੈ, ਜਿਹੜੇ ਝੂਠ ਬੋਲਣ ਵਾਲੇ, ਝਗੜਾ ਕਰਨ ਵਾਲੇ, ਗਾਲੀਆਂ ਦੇਣ ਵਾਲੇ ਹੈ। ਤਾਂ ਫਕੀਰ ਜਿਹੜੇ ਦਿਨ ਰਾਤ ਆਪਣੇ ਮਾਲਿਕ ਦਾ ਸਿਮਰਨ ਕਰਦੇ ਆ, ਜਿਨ੍ਹਾਂ ਦੀ ਜ਼ੁਬਾਨ ਤੇ ਹਰ ਵੇਲੇ ਆਪਣੇ ਰੱਬ ਦਾ ਨਾਂ ਰਹਿੰਦਾ ਹੈ। ਹੁਣ ਸਾਨੂੰ ਯਕੀਨ ਉਹਨਾਂ ਦੀ ਜ਼ੁਬਾਨ ਤੇ ਕਰਨਾ ਚਾਹੀਦਾ ਕਿ ਜਿਹੜੀ ਜ਼ੁਬਾਨ ਤੇ ਹਰ ਵੇਲੇ ਰੱਬ ਦਾ ਨਾਂ ਹੋਵੇ, ਜਿਹਦੀ ਜ਼ੁਬਾਨ ਤੋਂ ਹਰ ਵੇਲੇ ਭਲਾਈ ਦੀ ਦੁਆ ਨਿਕਲਦੀ ਹੈ, ਜਿਹਦੀ ਜ਼ੁਬਾਨ ਤੇ ਕਿਸੇ ਵਾਸਤੇ ਕੋਈ ਬੁਰੀ ਲਫ਼ਜ਼ ਨਹੀਂ ਹੈ, ਭਾਵਨਾ ਨਹੀਂ ਹੈ, ਉਹਦੀ ਜ਼ੁਬਾਨ ਤੋਂ ਨਿਕਲੀ ਹੋਈ ਗੱਲ ਪੂਰੀ ਹੋਣੀ ਹੈ ਜਾਂ ਸ਼ਰਾਬੀਆਂ ਦੀ, ਜਾਂ ਉਹਨਾਂ ਦੀ ਜਿਹੜੇ ਪਲ ਪਲ ਗੱਲਾਂ ਨਾਲ ਗਾਲਾਂ ਕੱਢਦੇ। ਇਹ ਬੰਦੇ ਦੀ ਸਮਝ ਹੋਣੀ ਚਾਹੀਦੀ ਹੈ ਕਿ ਮੈਂ ਆਪਣੇ ਮਾਲਿਕ ਦੇ ਵਚਨਾਂ ਤੇ ਵਿਸ਼ਵਾਸ ਰੱਖਣਾ ਹੈ, ਆਪਣੇ ਮਾਲਿਕ ਦੇ ਵਚਨਾਂ ਤੇ ਯਕੀਨ ਰੱਖਣਾ ਹੈ। ਜੇ ਮੈਨੂੰ ਯਕੀਨ ਹੈ ਆਪਣੇ ਮਾਲਿਕ ਦੇ ਵਚਨਾਂ ਤੇ, ਤਾਂ ਪੂਰੀ ਦੁਨੀਆ ਮਿਲ ਕੇ ਜ਼ੋਰ ਲਾ ਲਾਵੇ, ਤਾਂ ਜੋ ਮੇਰੇ ਮਾਲਿਕ ਦਾ ਵਚਨ ਹੈ ਉਹ ਪੂਰਾ ਹੋ ਕੇ ਰਹੇਗਾ। ਲੈ ਚੈੱਕ ਕਰੋ ਤੁਹਾਡਾ ਦਾਅ ਕਿੱਥੇ ਲੱਗਾ ਹੋਇਆ ਹੈ, ਦੁਨੀਆ ਵਾਲੇ ਪਾਸੇ ਜਾਂ ਆਪਣੇ ਮਾਲਿਕ ਵਾਲੇ ਪਾਸੇ। ਸਿਰਫ ਕਹਿਣਾ ਨਹੀਂ ਹੈ, ਕਿਉਂਕਿ ਇੱਕ ਗੱਲ ਦੱਸ ਦਈਏ ਇੱਥੇ, ਇੱਕ ਨੁਕਤਾ ਥੋੜਾ ਦੱਸ ਦਈਏ ਕਿ ਜੇ ਗੁਰੂ ਦੇ ਬਚਨਾਂ ਨੂੰ ਸੁਣਨਾ ਹੈ ਨਾ, ਤਾਂ ਅਰਜੁਨ ਦੀ ਤਰ੍ਹਾਂ ਨਾ ਸੁਣਿਓ, ਜਨਕ ਦੀ ਤਰ੍ਹਾਂ ਸੁਣਿਓ। ਕਿਹਦੀ ਤਰ੍ਹਾਂ? ਰਾਜਾ ਜਨਕ ਦੀ ਤਰ੍ਹਾਂ। ਕਿਉਂਕਿ ਅਰਜੁਨ ਨੇ ਵੀ ਸੁਣਿਆ ਸੀ ਮਹਾਭਾਰਤ ਦੇ ਮੈਦਾਨ ਅੰਦਰ ਸ਼੍ਰੀ ਕ੍ਰਿਸ਼ਨ ਨੇ ਪੂਰੀ ਗੀਤਾ ਉਹਨੂੰ ਸਮਝਾਈ, ਪਰ ਅਰਜੁਨ ਸ਼ੰਕਾ ਨਾਲ ਇੰਨਾ ਭਰਿਆ ਸੀ ਕਿ ਸ਼੍ਰੀ ਕ੍ਰਿਸ਼ਨ ਸਮਝਾਉਂਦੇ ਸੀ, ਅੱਗੇ ਸਵਾਲ ਖੜਾ ਕਰ ਦਿੰਦਾ ਸੀ, ਉਹ ਸਮਝਾਉਂਦੇ ਸੀ, ਸਵਾਲ ਖੜਾ ਕਰ ਦਿੰਦਾ ਸੀ। 18 ਅਧਿਆਏ ਅਰਜੁਨ ਨੂੰ ਸਮਝਾਉਣ ਤੇ ਸ਼੍ਰੀ ਕ੍ਰਿਸ਼ਨ ਨੇ ਲਾਏ, ਫਿਰ ਵੀ ਯਕੀਨ ਨਾ ਹੋਇਆ। ਯਕੀਨ ਕਦੋਂ ਕੀਤਾ? ਮੈਨੂੰ ਪਹਿਲਾਂ ਵਿਰਾਟ ਰੂਪ ਦਿਖਾਓ। ਵਿਰਾਟ ਰੂਪ ਦੇਖ ਵੀ ਲਿਆ, ਫਿਰ ਵੀ ਅਰਜੁਨ ਨੇ ਕੀ ਕੀਤਾ? ਸਿਰਫ ਉਹਨੂੰ ਦੇਖਿਆ, ਦਿਲ 'ਚ ਨਹੀਂ ਵਸਾਇਆ। ਕਿਉਂਕਿ ਮਹਾਭਾਰਤ ਹੀ ਦੱਸਦੀ ਹੈ, ਪੜ੍ਹ ਕੇ ਦੇਖਣਾ ਮਹਾਭਾਰਤ ਦੀਆਂ ਅੰਤਿਮ ਲਾਈਨਾਂ ਕੀ ਕਹਿੰਦੀਆਂ ਹੈ ਕਿ ਜਦੋਂ ਪੰਜੇ ਪਾਂਡਵ ਸਹਿ ਸ਼ਰੀਰ ਯਾਨੀ ਸ਼ਰੀਰ ਸਮੇਤ ਸਵਰਗ ਜਾਣ ਲੱਗੇ, ਤਾਂ ਸਿਰਫ ਸਵਰਗ ਵਿੱਚ ਕੌਣ ਪਹੁੰਚਿਆ ਸੀ? ਇੱਕ ਯੁਧਿਸ਼ਟਰ ਔਰ ਦੂਜਾ ਉਹਨਾਂ ਦਾ ਕੁੱਤਾ ਦ੍ਰੋਪਦੀ। ਚਾਰੇ ਪਾਂਡਵ ਰਸਤੇ 'ਚ ਹੀ ਰਹਿ ਗਏ। ਤਾਂ ਹੁਣ ਜ਼ਰਾ ਪੁੱਛੇ ਕੋਈ ਕਿ ਅਰਜੁਨ ਤੂੰ ਤਾਂ ਗੀਤਾ ਪੂਰੀ ਸੁਣੀ ਸੀ, ਤੂੰ ਕਿਉਂ ਨਹੀਂ ਪਹੁੰਚਿਆ ਸਵਰਗ? ਕਿਉਂਕਿ ਅਰਜੁਨ ਨੇ ਸਿਰਫ ਕੰਨਾਂ ਨਾਲ ਸੁਣੀ ਸੀ, ਦਿਲ ਨਾਲ ਨਹੀਂ। ਸੁਣ ਕੇ ਇੱਧਰ ਸੁਣਦਾ ਸੀ, ਬਸ ਸਵਾਲ ਕਰ ਦਿੰਦਾ ਸੀ, ਸ਼ੰਕਾ ਉਠਾਉਂਦਾ ਸੀ। ਜ਼ਰਾ ਹੁਣ ਗੌਰ ਕਰਨਾ, ਅਗਰ ਕਿਤੇ ਸ਼੍ਰੀ ਕ੍ਰਿਸ਼ਨ ਦੇ ਉਹ ਰੂਪ ਨੂੰ ਦਿਲ 'ਚ ਵਸਾ ਲੈਂਦਾ, ਉਹਨਾਂ ਦੇ ਵਚਨਾਂ ਨੂੰ ਦਿਲ 'ਚ ਵਸਾ ਲੈਂਦਾ, ਤਾਂ ਫਿਰ ਸ਼ਾਇਦ ਅਰਜੁਨ ਸਵਰਗ ਕੀ ਪਰਮ ਧਾਮ ਨੂੰ ਪਹੁੰਚ ਜਾਂਦਾ। ਇਸ ਲਈ ਅਸੀਂ ਕਹਿੰਦੇ ਹਾਂ, ਇੱਕ ਸੁਣਨ ਵਾਲਾ ਹੁੰਦਾ ਕਿ ਸੁਣ ਦੇ ਨਾਲ ਨਾਲ ਸ਼ੰਕਾ ਕਰੀ ਜਾਣੀ, ਨਾਲ ਨਾਲ ਸਵਾਲ ਕਰੀ ਜਾਣੇ, ਤੇ ਇੱਕ ਹੁੰਦਾ ਸੁਣਨਾ ਰਾਜਾ ਜਨਕ ਦੀ ਤਰ੍ਹਾਂ, ਕਿ ਜਦੋਂ ਰਾਜਾ ਜਨਕ ਨੇ ਸੁਣਿਆ ਤਾਂ ਇਹਨੂੰ ਕਹਿੰਦੇ ਅਸ਼ਟਾਵਕਰ ਗੀਤਾ। ਜਿੱਦਾਂ ਸ਼੍ਰੀ ਕ੍ਰਿਸ਼ਨ ਦੀ ਗੀਤਾ, ਇਦਾਂ ਅਸ਼ਟਾਵਕਰ ਗੀਤਾ ਵੀ ਹੈ ਜੋ ਰਾਜਾ ਜਨਕ ਦੇ ਗੁਰੂ ਸੀ, ਉਹ ਵੀ ਤੁਸੀਂ ਪੜ੍ਹ ਸਕਦੇ ਹੋ, ਅਸ਼ਟਾਵਕਰ ਗੀਤਾ। ਜਦੋਂ ਹੁਣ ਰਾਜੇ ਜਨਕ ਨੇ ਆਪਣੇ ਗੁਰੂ ਅਸ਼ਟਾਵਕਰ ਨੂੰ ਸੁਣਿਆ, ਤਾਂ ਰਾਜੇ ਜਨਕ ਨੇ ਵਿੱਚ ਸਵਾਲ ਨਹੀਂ ਪੁੱਛੇ, ਸਿਰਫ ਪਹਿਲੇ ਹੀ 3 ਸਵਾਲ ਪੁੱਛੇ।
ਜਿਨ੍ਹਾਂ ਤੋਂ ਸਾਰੀ ਅਸ਼ਟਾਵਕਰ ਗੀਤਾ ਅੱਗੇ ਚਲੀ। ਸ਼ੁਰੂ 'ਚ ਸਵਾਲ ਪੁੱਛੇ, ਜਰਾ ਗੌਰ ਕਰਨਾ। ਸ਼ੁਰੂ 'ਚ ਹੀ ਉਹਨਾਂ ਨੇ ਕੋਈ ਸਵਾਲ ਪੁੱਛੇ ਕਿ ਮੁਕਤੀ ਨੂੰ ਕਿੱਦਾਂ ਪਾਇਆ ਜਾਵੇ, ਅੰਦਰ ਬੈਰਾਗਿਆ ਕਿੱਦਾਂ ਪੈਦਾ ਹੋਵੇ। ਯਾਨੀ ਇਦਾਂ ਦੇ 3 ਸਵਾਲ ਰਾਜੇ ਜਨਕ ਨੇ ਜਦੋਂ ਪੁੱਛੇ ਤਾਂ ਫਿਰ ਅਸ਼ਟਾਵਕਰ ਸਮਝਾਉਂਦੇ ਗਏ ਤਾਂ ਰਾਜਾ ਜਨਕ ਉਹਨਾਂ ਨੂੰ ਪੀਂਦਾ ਗਿਆ, ਯਾਨੀ ਅੰਦਰ ਵਸਾਂਦਾ ਗਿਆ। ਔਰ ਫਿਰ ਉਹੀ ਰਾਜਾ ਜਨਕ ਨੇ ਉਹ ਸੰਤ ਬਣ ਗਏ, ਜਿਨ੍ਹਾਂ ਬਾਰੇ ਕਿਹਾ ਹੈ ਧੰਨ ਧੰਨ ਰਾਜਾ ਜਨਕ ਹੈ, ਜਿਨ ਸਿਮਰਨ ਕੀਆ ਵਿਵੇਕ, ਏਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ। ਕਿ ਜਦੋਂ ਉਹ ਗਏ ਤਾਂ ਆਪ ਤਾਂ ਤਰੇ, ਆਪਣੇ ਨਾਲ ਲੱਖਾਂ ਪਾਪੀਆਂ ਨੂੰ ਵੀ ਸਵਰਗਾਂ 'ਚ ਲੈ ਗਏ। ਤੇ ਇੱਧਰ ਅਰਜੁਨ ਸੀ, ਉਹ ਇਕੱਲਾ ਹੀ ਆਪ ਹੀ ਨਹੀਂ ਜਾ ਪਾਇਆ ਤਾਂ ਉਹਨੇ ਹੋਰ ਕਿਸੇ ਨੂੰ ਕੀ ਲਿਜਾਣਾ ਸੀ। ਇਸ ਲਈ ਜਦ ਵੀ ਸੁਣੋ ਅਰਜੁਨ ਦੀ ਤਰ੍ਹਾਂ ਨਾ ਸੁਣੋ, ਜਦ ਵੀ ਸੁਣੋ ਰਾਜੇ ਜਨਕ ਦੀ ਤਰ੍ਹਾਂ ਸੁਣੋ, ਵਿਸ਼ਵਾਸ ਨਾ ਸੁਣੋ। ਕਿਉਂਕਿ ਅਰਜੁਨ ਸੁਣਦਾ ਸੀ ਸ਼ੰਕਾ ਦੇ ਨਾਲ, ਅੱਗੇ ਤੋਂ ਅੱਗੇ ਪ੍ਰਸ਼ਨ ਖੜੇ ਕਰੀ ਜਾਂਦਾ ਸੀ, ਵਿਸ਼ਵਾਸ ਨਹੀਂ ਕਰ ਰਿਹਾ ਸੀ। ਤਾਂ ਜਨਕ ਨੇ ਸੁਣਿਆ ਵਿਸ਼ਵਾਸ ਦੇ ਨਾਲ, ਕਿਉਂਕਿ ਸੌਦਾ ਵਿਸ਼ਵਾਸ ਦਾ ਹੈ। ਜਦੋਂ ਅਸੀਂ ਵਿਸ਼ਵਾਸ ਨਾਲ ਸੁਣਦੇ ਹਾਂ ਤਾਂ ਫਿਰ ਸਾਡੇ ਹਿਰਦੇ ਦਾ ਦੁਆਰ ਖੁੱਲਦਾ ਹੈ। ਤਾਂ ਜਦੋਂ ਸ਼ੰਕਾ ਨਾਲ ਸੁਣਦੇ ਹਾਂ ਉਦੋਂ ਕਿਹਦਾ ਦੁਆਰ ਖੁੱਲਦਾ ਹੈ? ਬੁੱਧੀ ਦਾ। ਕਿਉਂਕਿ ਸ਼ੰਕਾ ਕਰਨਾ ਦਿਮਾਗ ਦਾ ਕੰਮ ਹੈ, ਦਿਲ ਦਾ ਨਹੀਂ। ਕਿਉਂਕਿ ਦਿਲ ਨਹੀਂ ਦੇਖਦਾ ਜਾਤ ਪਾਤ ਨੂੰ, ਅਮੀਰ ਗਰੀਬ ਨੂੰ, ਦਿਲ ਨਹੀਂ ਦੇਖਦਾ। ਦਿਲ ਤਾਂ ਬਸ ਪ੍ਰੇਮ ਕਰਨਾ ਜਾਣਦਾ ਹੈ, ਵਿਸ਼ਵਾਸ ਕਰਨਾ ਜਾਣਦਾ ਹੈ। ਸ਼ੰਕਾ, ਨਫ਼ਰਤ, ਕ੍ਰੋਧ, ਇਹ ਤਾਂ ਸਭ ਕੁਝ ਇੱਥੇ ਚੱਲਦਾ ਹੈ ਇਨਸਾਨ ਦੇ ਬ੍ਰੇਨ ਅੰਦਰ। ਹੁਣ ਤੁਸੀਂ ਕਿਹਦੇ ਨਾਲ ਸੁਣ ਰਹੇ ਹੋ? ਦਿਮਾਗ ਨਾਲ ਜਾਂ ਵਿਸ਼ਵਾਸ ਨਾਲ, ਪ੍ਰੇਮ ਨਾਲ? ਅਗਰ ਇੱਥੋਂ ਸੁਣੋਗੇ ਦਰਵਾਜ਼ਾ ਖੁੱਲੇਗਾ ਵੀ ਔਰ ਰਹਿਮਤ ਹੋਏਗੀ ਵੀ। ਇਸ ਲਈ ਜਦ ਵੀ ਸੁਣੋ ਇਹਦੀ ਤਰ੍ਹਾਂ, ਅਰਜੁਨ ਦੀ ਤਰ੍ਹਾਂ ਨਹੀਂ, ਰਾਜੇ ਜਨਕ ਦੀ ਤਰ੍ਹਾਂ। ਰਾਜੇ ਜਨਕ ਦੀ ਤਰ੍ਹਾਂ ਸੁਣਾਂਗੇ ਤਾਂ ਫਿਰ ਅਸੀਂ ਵੀ ਉਸ ਮੰਜ਼ਿਲ ਨੂੰ ਪਹੁੰਚਾਂਗੇ ਕਿ ਆਪ ਤਾਂ ਤਰਾਂਗੇ ਹੀ, ਆਪਣੇ ਨਾਲ ਬਾਕੀਆਂ ਨੂੰ ਵੀ ਤਾਰ ਦੇਵਾਂਗੇ। ਆਪ ਤਾਂ ਆਨੰਦ ਤੱਕ ਪਹੁੰਚਾਂਗੇ ਹੀ, ਆਪਣੇ ਨਾਲ ਬਾਕੀਆਂ ਦੇ ਜੀਵਨ 'ਚ ਵੀ ਆਨੰਦ ਭਰਦੇ ਚਲੇ ਜਾਵਾਂਗੇ। ਇਸ ਲਈ ਜਦ ਵੀ ਸੁਣੋ ਵਿਸ਼ਵਾਸ ਨਾਲ ਸੁਣੋ। ਕਿਉਂਕਿ ਫਿਰ ਇੱਕ ਵਾਰ ਦੱਸਾਂਗੇ, ਰਾਜੇ ਜਨਕ ਨੇ ਸਵਾਲ ਕੀਤੇ ਪਰ ਸ਼ੁਰੂਆਤ 'ਚ ਹੀ ਕਿ ਮਹਾਰਾਜ ਇਹਦੇ ਬਾਰੇ ਦੱਸੋ। ਪਰ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਸਮਝਾਉਣਾ ਸ਼ੁਰੂ ਕੀਤਾ ਤਾਂ ਫਿਰ ਇੱਕ ਵੀ ਕੁਐਸਚਨ ਵਿੱਚ ਨਹੀਂ ਰਾਜੇ ਜਨਕ ਨੇ ਪੁੱਛਿਆ, ਤੇ ਤਾਂ ਸੁਣਦਾ ਹੀ ਗਿਆ। ਕਿਉਂਕਿ ਪਤਾ ਹੈ ਗੁਰੂ ਤੋਂ ਕੁਝ ਹਾਸਿਲ ਕਰਨਾ ਹੈ ਤਾਂ ਸੁਣੋ। ਕਿਉਂਕਿ ਸੁਣ ਕੇ ਹੀ ਅਸੀਂ ਹਾਸਿਲ ਕਰ ਸਕਦੇ, ਆਪਣਾ ਹੀ ਬੋਲੀ ਜਾਵਾਂਗੇ, ਆਪਣਾ ਮਨ ਨਹੀਂ ਜੋ ਅੰਦਰ ਚੱਲ ਰਿਹਾ ਉਹੀ ਰੌਲਾ ਪਾਈ ਜਾਵਾਂਗੇ ਤਾਂ ਗੁਰੂ ਦੀ ਕਦੋਂ ਸੁਣਾਂਗੇ? ਔਰ ਜੇ ਗੁਰੂ ਦੀ ਨਹੀਂ ਸੁਣਾਂਗੇ ਤਾਂ ਸਾਡੇ ਜੀਵਨ 'ਚ ਬਦਲਾਵ ਕਿੱਦਾਂ ਆਏਗਾ? ਸਮਝ ਆ ਰਹੀ ਹੈ? ਇਸ ਲਈ ਆਪਣੇ ਅੰਦਰ ਪ੍ਰੇਮ ਰੱਖੋ, ਆਪਣੇ ਅੰਦਰ ਵਿਸ਼ਵਾਸ ਰੱਖੋ। ਕਿਉਂਕਿ ਜੋ ਵਿਸ਼ਵਾਸ ਨਾਲ ਉਹਦਾ ਹੋ ਗਿਆ, ਪ੍ਰੇਮ ਨਾਲ ਉਹਦਾ ਹੋ ਗਿਆ, ਤਾਂ ਫਿਰ ਉਹਦੀ ਰਹਿਮਤ ਵੀ ਉਸ ਇਨਸਾਨ ਤੱਕ ਜ਼ਰੂਰ ਪਹੁੰਚ ਜਾਂਦੀ ਹੈ। ਇਸ ਲਈ ਭਿਖਾਰੀਆਂ ਵਾਲਾ ਬਿਹੇਵੀਅਰ ਨਹੀਂ ਕਰਨਾ। ਫਿਰ ਇੱਕ ਵਾਰ ਕਵਾਂਗੇ, ਕਿਉਂਕਿ ਜੀਸਸ ਕ੍ਰਾइस्ट ਨੇ ਵੀ ਕਿਹਾ ਹੈ, जरा गौर करना, प्रभु जीसस ने की किया है? वो कहते ईश्वर का साम्राज्य कहीं ऊपर नहीं है, ईश्वर का साम्राज्य कहीं ऊपर नहीं है, ईश्वर का साम्राज्य तुम्हारे भीतर है। यानी ईश्वर परमात्मा भगवान का राज्य किते ऊपर नहीं है, जिदा कहते ना स्वर्गां च। जीसस क्राइस्ट ने बड़ी प्यारी गल कही कि परमात्मा दा राज्य, वो परमात्मा दा साम्राज्य, वो परमात्मा तुहाडे अंदर है। इसलिए अपने अंदर ਉਹਦੇ ਰਾਜ ਨੂੰ ਖੋਜੋ, ਉਹਦੇ ਸਾਮਰਾज्य ਨੂੰ ਖੋਜੋ, ਫਿਰ ਤੁਹਾਡੀ ਮੁਲਾਕਾਤ ਉਹਦੇ ਨਾਲ ਹੋਏਗੀ। ਤਾਂ ਜੇ ਸੋਚਾਂਗੇ ਕਿ ਸਵਰਗਾਂ 'ਚ ਜਾ ਕੇ ਮਿਲਾਂਗੇ ਤਾਂ ਸਵਰਗ ਕਿਹਨਾਂ ਦੇਖੇ? ਸਮਝ ਆ ਰਹੀ ਹੈ ਸਾਡੀ ਗੱਲ? ਇਸ ਲਈ ਜੀਸਸ ਕ੍ਰਾइस्ट ਨੇ ਅਗਰ ਇਹ ਗੱਲ ਕਹੀ ਹੈ, ਪਰ ਹੁਣ ਤੁਸੀਂ ਦੇਖੋ ਉਹਨਾਂ ਨੇ ਇੱਕ ਗੱਲ ਇਹ ਵੀ ਕਹੀ ਸੀ ਕਿ ਆਪਣੇ ਗੁਆਂਢੀ ਨਾਲ, ਦੂਸਰਿਆਂ ਨਾਲ ਵੀ ਉਦਾਂ ਹੀ ਪ੍ਰੇਮ ਕਰੋ ਜਿੱਦਾਂ ਤੁਸੀਂ ਆਪਣੇ ਆਪ ਨਾਲ ਪ੍ਰੇਮ ਕਰਦੇ ਹੋ, ਕਿਸੇ ਨਾਲ ਨਫ਼ਰਤ ਨਾ ਕਰੋ। ਕੀ ਕਿਹਾ ਹੈ? ਕਿਸੇ ਨਾਲ ਨਫ਼ਰਤ ਨਾ ਕਰੋ। ਅਗਰ ਇੰਨੀ ਗੱਲ ਹੀ ਇਨਸਾਨ ਸਮਝ ਲਵੇ ਤਾਂ ਨਫ਼ਰਤ ਦੁਨੀਆ ਤੋਂ ਖਤਮ ਹੋ ਜਾਵੇ। ਪਰ ਅਸੀਂ ਕਹਾਂਗੇ ਹੋਰ ਕਿਸੇ ਨੇ ਤਾਂ ਕੀ ਕਰਨੀ ਸੀ। ਅੱਜ ਜੀਸਸ ਕ੍ਰਾइस्ट ਨੂੰ ਮੰਨਣ ਵਾਲੇ ਨਹੀਂ ਸਮਝ ਪਾਉਂਦੇ ਗੱਲ ਨੂੰ, ਉਹੀ ਨਫ਼ਰਤ ਲੈ ਕੇ ਬੈਠੇ ਐ। ਉਹਦੇ ਘਰ ਦਾ ਪ੍ਰਸ਼ਾਦ ਨਹੀਂ ਖਾਣਾ, ਉਹਦੇ ਘਰ ਨਹੀਂ ਜਾਣਾ, ਉਹਦੇ ਘਰ ਇਦਾਂ ਨਹੀਂ ਕਰਨਾ, ਉਹਦੇ ਘਰ ਉਦਾਂ ਨਹੀਂ ਕਰਨਾ। ਉਹ ਜੀਸਸ ਕ੍ਰਾइस्ट ਨੇ ਕਿਹਾ ਸਭ ਨਾਲ ਪ੍ਰੇਮ ਕਰੋ, ਗੁਆਂਢੀਆਂ ਨਾਲ ਵੀ ਪ੍ਰੇਮ ਕਰੋ, ਦੂਸਰਿਆਂ ਨਾਲ ਵੀ ਉਨਾ ਪ੍ਰੇਮ ਕਰੋ ਜਿੰਨਾ ਤੁਸੀਂ ਆਪਣੇ ਆਪ ਨਾਲ ਕਰਦੇ ਹੋ। ਪਰ ਅੱਜ ਹੋ ਕੀ ਰਿਹਾ ਹੈ? ਇਹਨੂੰ ਹੀ ਕਹਿੰਦੇ ਅਰਜੁਨ ਦੀ ਤਰ੍ਹਾਂ ਸੁਣਨਾ, ਕਿ ਗੱਲ ਜੋ ਸਮਝਾਈ ਹੈ ਉਹਨੂੰ ਸਮਝਣਾ ਨਹੀਂ ਤਾਂ ਗੱਲ ਨੂੰ ਲੈ ਕੇ ਕਿਤੇ ਹੋਰ ਤੁਰ ਪੈਣਾ ਹੈ। ਹੁਣ ਤੁਸੀਂ ਸਾਨੂੰ ਪੁੱਛੋ, ਮਾਲਕੋ ਕੀ ਤੁਸੀਂ ਸਿੱਖਾਂ ਨੂੰ ਪ੍ਰੇਮ ਕਰਦੇ ਹੋ? ਇਹ ਕਹਿੰਦਾ ਬਹੁਤ। ਮੁਸਲਮਾਨਾਂ ਨੂੰ ਪ੍ਰੇਮ ਕਰਦੇ ਹੋ? ਬਹੁਤ। ਹਿੰਦੂਆਂ ਨੂੰ ਪ੍ਰੇਮ ਕਰਦੇ ਹੋ? ਬਹੁਤ।
ਕਿਉਂਕਿ ਸਾਨੂੰ ਨਾ ਹਿੰਦੂ ਨਜ਼ਰ ਆਉਂਦੇ, ਨਾ ਈਸਾਈ ਨਜ਼ਰ ਆਉਂਦੇ, ਨਾ ਸਿੱਖ ਨਜ਼ਰ ਆਉਂਦੇ, ਨਾ ਮੁਸਲਮਾਨ ਨਜ਼ਰ ਆਉਂਦੇ ਐ। ਉਹ ਸਾਨੂੰ ਤਾਂ ਉਸ ਮਾਲਿਕ ਦੇ ਬਣਾਏ ਸਾਰੇ ਇਨਸਾਨ ਨਜ਼ਰ ਆਉਂਦੇ ਐ। ਤਾਂ ਹੋਰ ਕਿਸੇ ਨੂੰ ਪੁੱਛ ਲਓ, ਅੱਛਾ ਇਹ ਮੁਸਲਮਾਨ ਹੈ, ਨਹੀਂ ਯਾਰ ਇਹਨੂੰ ਘਰ ਨਹੀਂ ਆਉਣ ਦੇਣਾ। ਇਹ ਈਸਾਈ ਹੈ, ਨਹੀਂ ਇਹਦੇ ਘਰ ਨਹੀਂ ਜਾਣਾ। ਇਹ ਕੀ ਹੈ? ਇਹਦਾ ਮਤਲਬ ਸਾਨੂੰ ਇਨਸਾਨ ਨਜ਼ਰ ਨਹੀਂ ਆਉਂਦਾ ਜੋ ਪ੍ਰਭੂ ਨੇ ਬਣਾਇਆ ਹੈ। ਸਾਨੂੰ ਬਸ ਉੱਪਰ ਪਾਏ ਹੋਏ ਉਹ ਕੱਪੜੇ ਨਜ਼ਰ ਆਉਂਦੇ, ਜਿਹਨਾਂ ਮੁਸਲਮਾਨ ਵਾਲੇ ਪਾਲੇ ਉਹ ਮੁਸਲਮਾਨ ਨਜ਼ਰ ਆਉਂਦੇ ਐ, ਜਿਹਨਾਂ ਸਿੱਖ ਈਸਾਈਆਂ ਵਾਲੇ ਪਾਲੇ ਉਹ ਉਦਾਂ ਨਜ਼ਰ ਆਉਂਦੇ ਐ। ਪਰ ਜਿਹੜਾ ਵਾਕਈ ਉਹ ਪ੍ਰਮਾਤਮਾ ਦੇ ਨੂਰ ਨਾਲ ਭਰਪੂਰ ਹੋਏਗਾ, ਜਿਹਨਾਂ ਆਪਣੇ ਅੰਦਰ ਉਹਦੇ ਨੂਰ ਨੂੰ ਜਾਣ ਲਿਆ ਆਪਣੇ ਅੰਦਰ ਬੈਠੇ ਪਰਮਪਿਤਾ ਪ੍ਰਮਾਤਮਾ ਨੂੰ ਕਿ ਹੁਣ ਮੈਂ ਤੂੰ ਹੈ ਤਾਂ ਤੂੰ ਮੈਂ ਆ, ਉਹਦੀਆਂ ਨਜ਼ਰਾਂ 'ਚ ਕੋਈ ਧਰਮ ਨਹੀਂ ਹੁੰਦਾ, ਉਹਨੂੰ ਹਰ ਜਗ੍ਹਾ ਉਹਦਾ ਬਣਾਇਆ ਹੋਇਆ ਇਨਸਾਨ ਹੀ ਨਜ਼ਰ ਆਉਂਦਾ ਹੈ। ਇਸ ਲਈ ਅਸੀਂ ਤੁਹਾਨੂੰ ਸਭ ਨੂੰ ਪ੍ਰੇਮ ਕਰਦੇ ਹਾਂ, ਸਾਰੇ ਸੰਸਾਰ ਨੂੰ ਪ੍ਰੇਮ ਕਰਦੇ ਹਾਂ, ਸਾਰੇ ਬ੍ਰਹਿਮੰਡ ਨੂੰ ਪ੍ਰੇਮ ਕਰਦੇ ਹਾਂ, ਕਿਉਂਕਿ ਸਾਰਾ ਬ੍ਰਹਿਮੰਡ ਹੀ ਸਾਡਾ ਹੈ, ਇਹ ਸਾਰਾ ਸੰਸਾਰ ਹੀ ਸਾਡਾ ਹੈ। ਕੋਈ ਇੱਥੇ ਓਪਰਾ ਹੈ ਹੀ ਨਹੀਂ, ਕਿਉਂਕਿ ਸਭ ਨੂੰ ਬਣਾਇਆ ਹੈ ਉਹ ਮਾਲਿਕ ਨੇ, ਜਿਹੜਾ ਨੂਰ ਸਾਡੇ ਅੰਦਰ ਹੈ, ਜਿਹਦੇ ਨੂਰ ਨਾਲ ਅਸੀਂ ਭਰਪੂਰ ਹਾਂ। ਕਿਉਂਕਿ ਅੰਦਰੋਂ ਇਹੀ ਤਾਂ ਆਵਾਜ਼ ਸੁਣੀਦੀ ਹੈ, ਹੁਣ ਤੂੰ ਨਹੀਂ, ਮੈਂ ਨਹੀਂ, ਮੈਂ ਤੂੰ ਹੈ ਤਾਂ ਤੂੰ ਮੈਂ ਆ। ਅੰਦਰੋਂ ਇਹੀ ਤਾਂ ਆਵਾਜ਼ ਹਰ ਵੇਲੇ ਚੱਲਦੀ ਹੈ। ਜਿਹਦਾ ਸ਼ਾਹ ਹੁਸੈਨ ਨੇ ਕਿਹਾ, ਕੀ ਕਿਹਾ ਸ਼ਾਹ ਹੁਸੈਨ ਨੇ? ਅੰਦਰ ਤੂੰ ਤੇ ਬਾਹਰ ਤੂੰ, ਰੋਮ ਰੋਮ ਵਿੱਚ ਤੂੰ, ਕਹੇ ਹੁਸੈਨ ਫਕੀਰ ਸਾਈਂ ਦਾ ਮੈਂ ਨਹੀਂ ਬਸ ਤੂੰ। ਕਿ ਹੁਣ ਤੂੰ ਹੀ ਤੂੰ ਹੈ। ਹੁਣ ਅੰਦਰਲੇ ਨੂਰ ਨੂੰ ਹਾਲੇ ਜਾਣਿਆ ਨਹੀਂ ਤਾਂ ਬਾਹਰ ਨਫ਼ਰਤਾਂ ਲੈ ਕੇ ਬੈਠੇ ਆ। ਇਹ ਗੱਲ ਹਮੇਸ਼ਾ ਯਾਦ ਰੱਖੋ ਕਿ ਜਦ ਵੀ ਜੋ ਵੀ ਉਸ ਅਵਸਥਾ ਤੱਕ ਪਹੁੰਚੇਗਾ ਜਿੱਥੇ ਅੰਦਰ ਉਹਨੂੰ ਉਹ ਮਾਲਿਕ ਦਾ ਨੂਰ ਨਜ਼ਰ ਆ ਗਿਆ ਕਿ ਹੁਣ ਮੈਂ ਨਹੀਂ, ਤੂੰ ਨਹੀਂ, ਹੁਣ ਤੂੰ ਔਰ ਮੈਂ ਇੱਕੋ ਹੀ ਆ। ਜਦੋਂ ਉਹ ਇੱਕ ਸਰੂਪ ਅੰਦਰ ਨਜ਼ਰ ਆ ਗਿਆ ਤਾਂ ਬਾਹਰੋਂ ਨਫ਼ਰਤ ਖਤਮ ਹੋ ਜਾਂਦੀ ਹੈ, ਬਾਹਰੋਂ ਭੇਦਭਾਵ, ਧਰਮ, ਜਾਤ ਪਾਤ ਖਤਮ ਹੋ ਜਾਂਦੀ ਹੈ। ਫਿਰ ਤਾਂ ਇੱਕੋ ਹੀ ਚੀਜ਼ ਨਜ਼ਰ ਆਉਂਦੀ ਹੈ ਕਿ ਜਿਸ ਨੂਰ ਨੇ ਮੈਨੂੰ ਪੈਦਾ ਕੀਤਾ ਉਹੀ ਨੂਰ ਇਹ ਸਭ ਦੇ ਅੰਦਰ ਹੈ। ਇਸ ਲਈ ਮੈਂ ਸਭ ਨੂੰ ਪ੍ਰੇਮ ਕਰਦਾ। ਸਮਝਦੇ ਹੋ ਕਿ ਨਹੀਂ? ਔਰ ਜੇ ਵਾਕਈ ਤੁਸੀਂ ਸਾਨੂੰ ਪ੍ਰੇਮ ਕਰਦੇ ਹੋ ਤਾਂ ਅਸੀਂ ਤੁਹਾਨੂੰ ਵੀ ਕਵਾਂਗੇ ਕਿ ਤੁਸੀਂ ਵੀ ਸਭ ਨਾਲ ਪ੍ਰੇਮ ਕਰੋ, ਕਿਉਂਕਿ ਜਿਸ ਮਾਲਿਕ ਨੇ ਤੁਹਾਨੂੰ ਬਣਾਇਆ ਹੈ ਉਸ ਮਾਲਿਕ ਨੇ ਸਾਰੇ ਸੰਸਾਰ ਨੂੰ ਬਣਾਇਆ ਹੈ। ਇਸ ਲਈ ਬੰਦੇ ਦੇ ਨਾਤੇ ਨਹੀਂ ਤਾਂ ਆਪਣੇ ਮਾਲਿਕ ਦੇ ਨਾਤੇ ਸਭ ਨਾਲ ਪਿਆਰ ਕਰੋ ਕਿ ਸਾਨੂੰ ਸਾਰੇ ਨੂੰ ਬਣਾਉਣ ਵਾਲਾ ਸਾਡਾ ਇੱਕੋ ਹੀ ਮਾਲਿਕ ਹੈ। ਸਮਝ ਆ ਗਈ ਸਾਰਿਆਂ ਨੂੰ? ਇਸ ਲਈ ਕਹਿ ਦਿਓ, ਮੈਂ ਪ੍ਰੇਮ ਨਾਲ ਭਰਪੂਰ ਹਾਂ। ਮੈਂ ਪ੍ਰੇਮ ਨਾਲ ਇਸ ਲਈ ਆਪਣੇ ਆਪ ਨੂੰ ਪ੍ਰੇਮ ਨਾਲ ਭਰਪੂਰ ਕਰ ਲੈਣਾ ਹੈ, ਵਿਸ਼ਵਾਸ ਨਾਲ ਭਰਪੂਰ ਕਰ ਲੈਣਾ ਹੈ, ਯਕੀਨ ਨਾਲ ਭਰਪੂਰ ਕਰ ਲੈਣਾ ਹੈ ਕਿ ਮੇਰਾ ਮਾਲਿਕ ਮੇਰੇ ਇਹ ਵਿਸ਼ਵਾਸ ਰੱਖਣਾ ਹੈ। ਤਾਂ ਫਿਰ ਹਰ ਕਦਮ ਤੇ, ਹਰ ਪਲ, ਹਰ ਘੜੀ ਤੁਹਾਡਾ ਮਾਲਿਕ ਤੁਹਾਡੇ ਨਾਲ ਹੈ। ਹੁਣ ਸਮਾਂ ਕਾਫੀ ਹੋ ਗਿਆ ਹੈ, ਇਸ ਲਈ ਆਖਰਲੇ ਵਚਨਾਂ ਦੀ ਤਰਫ ਸਤਸੰਗ ਨੂੰ ਲੈ ਕੇ ਜਾਈਏ ਹੁਣ। ਔਰ ਆਖਰਲੇ ਵਚਨਾਂ 'ਚ ਇਹੀ ਫਿਰ ਕਵਾਂਗੇ, ਕਿਉਂਕਿ ਤੁਹਾਡੇ ਅੰਦਰੋਂ ਹਰ ਸ਼ੰਕਾ ਨੂੰ ਅਸੀਂ ਖਤਮ ਕਰਨਾ ਚਾਹੁੰਦੇ ਹਾਂ। ਤੁਹਾਡੇ ਅੰਦਰ ਵਿਸ਼ਵਾਸ ਨੂੰ ਇਦਾਂ ਕੁੱਟ ਕੇ ਭਰ ਦੇਣਾ ਚਾਹੁੰਦੇ ਆ ਨਾ। ਫਿਕਰ ਨਾ ਕਰੋ, ਉਦਾਂ ਨਹੀਂ ਕੁੱਟਣਾ। ਇਹ ਨਾ ਸੋਚੋ ਹੁਣ ਕੁੱਟ ਕੇ ਪਹਿਲਾਂ ਕਮਰੇ 'ਚ ਲਿਜਾਓ, ਕੁੱਟੋ ਤਾਂ ਫੇਰ ਭਰੋ। ਇਦਾਂ ਨਹੀਂ, ਇਹਦਾ ਕਹਿੰਦਾ ਕੂਟ ਕੇ ਅੰਦਰ। ਜਿੱਦਾਂ ਬੰਦਾ ਕਦੀ ਦੇਖਿਆ ਨਾ, ਬੰਦੇ ਨੇ ਕਿਤੇ ਬਾਹਰ ਨੂੰ ਜਾਣਾ ਹੋਵੇ ਤਾਂ ਟੈਚੀ ਕਿੱਦਾਂ ਤੁੰਦਾ ਹੈ, ਗੋਡੇ ਰੱਖ ਕੇ ਬੰਦ ਕਰਨਾ ਪੈਂਦਾ, ਕਹਿੰਦੇ ਐਨ ਭਰ ਲਿਆ ਪੂਰੀ ਤਰ੍ਹਾਂ, ਜਿੱਪ ਵੀ ਟੁੱਟਣ ਨੂੰ ਫਿਰਦੀ ਹੈ। ਇਸ ਤਰ੍ਹਾਂ ਤੁਹਾਡੇ ਅੰਦਰ ਇਦਾਂ ਦਾ ਪ੍ਰੇਮ ਭਰਨਾ ਹੈ, ਇਦਾਂ ਦਾ ਵਿਸ਼ਵਾਸ ਭਰ ਦੇਣਾ ਹੈ ਕਿ ਤੁਸੀਂ ਜਿੱਧਰ ਚਲੇ ਜਾਓ ਨਾ, ਹਰ ਕਦਮ ਤੇ ਮਾਲਿਕ ਦੀਆਂ ਰਹਿਮਤਾਂ ਦਾ ਆਨੰਦ ਮਾਣੋ। ਲੋਕੀ ਕਹਿਣ ਕਿੱਥੇ ਆ ਮਾਲਿਕ ਦੀ ਰਹਿਮਤ, ਤਾਂ ਤੁਸੀਂ ਕਹੋ ਉਹ ਮੈਂ ਪ੍ਰੇਮ ਨਾਲ ਇੰਨਾ ਭਰਿਆ, ਵਿਸ਼ਵਾਸ ਨਾਲ ਭਰਿਆ, ਮੈਂ ਤਾਂ ਜਿੱਧਰ ਦੇਖਦਾ ਮੈਨੂੰ ਉਹਦੀ ਰਹਿਮਤ ਹੀ ਨਜ਼ਰ ਆਉਂਦੀ ਹੈ, ਉਸ ਤੋਂ ਸਿਵਾ ਹੈ ਹੀ ਕੁਛ ਨਹੀਂ। ਸੋਹਣਾ ਸੋਹਣਾ ਮੇਰਾ ਮੁਰਸ਼ਿਦ ਸੋਹਣਾ, ਸੋਹਣਾ ਸੋਹਣਾ ਮੇਰਾ ਮੁਰਸ਼ਿਦ